गुड मॉर्निंग स्टूडेंट्स। अज आप स्टार्ट करन जा रहे हैं चैप्टर नंबर 3 थोड़ी ईवीएस का +1 क्लास इंपैक्ट ऑफ ह्यूमन एक्टिविटीज़ ऑन एनवायरनमेंट के उत्ते इंसान द्वारा की गई एक्टिविटीज़ का की इफैक्ट पैंदा है। ठीक है, हुण आपां नूं पता ही है कि एनवायरनमेंट नूं कंजर्व करना सेव करना बहुत ज़्यादा जरूरी है। चैप्टर्स ईवीएस दे विच इसे बारे च ही आउणगे। अलग अलग चैप्टर दे विच अलग अलग प्रॉब्लम्स ते उन्हां दे सॉल्यूशन दित्ते हुए होणगे ते आपां उन्हां दे बारे डिटेल इंफॉर्मेशन लवांगे। इन्हां चों तुहाडे क्वेश्चन आंसर्स ने, सो नाल ही वो कवर हो जाएंगे। सो इन्हां नूं चंगी तरह समझ लियो। 20th सेंचुरी के टाइम के उत्ते जदों कि 2 दहाके बीत चुके सी, मतलब 20 सालों का टाइम बीत चुकिया सी, उस टाइम के उत्ते साइंस ते टैक्नोलॉजी ने बहुत सारी प्रोग्रेस कर ली सी। इसका मतलब की है कि एडवांसमेंट स्टार्ट हुई सी 18th सेंचुरी तो। ठीक है, बहुत सारी एडवांसमेंट हो गई सी। ये एडवांसमेंट इंसान के कंफर्ट के लिए सीगी ते नाल दे नाल ही प्रोवाइड कराउंदी पई सीगी कुछ होर भी ਆਪਾਂ ਨੂੰ ਪ੍ਰੋਡਕਟਿਵ ਵੇਜ਼ ਦੇ ਵਿੱਚ ਹੈਲਪ। ਠੀਕ ਹੈ, ਅਲੱਗ-ਅਲੱਗ ਚੀਜ਼ਾਂ ਜੋ ਵੀ ਐਡਵਾਂਸਮੈਂਟ ਹੋਈਆਂ ਉਹਨਾਂ ਦਾ ਇਫੈਕਟ ਚੰਗਾ ਤੇ ਬੁਰਾ ਦੋਵੇਂ ਤਰ੍ਹਾਂ ਹੀ ਪਿਆ। ਇਨਸਾਨ ਨੂੰ ਚੰਗੀਆਂ ਚੀਜ਼ਾਂ ਵੀ ਮਿਲੀਆਂ, ਕੰਫਰਟ ਵੀ ਮਿਲਿਆ, ਯੂਸਫੁਲ ਚੀਜ਼ਾਂ ਵੀ ਆਈਆਂ, ਬਟ ਨਾਲ ਹੀ ਕਾਫੀ ਚੀਜ਼ਾਂ ਦੇ ਉੱਤੇ ਨੁਕਸਾਨ ਵੀ ਹੋਇਆ। ਕਿਹੜੀਆਂ-ਕਿਹੜੀਆਂ ਚੀਜ਼ਾਂ ਸੀ ਜਿਹੜੀਆਂ ਇਫੈਕਟ ਪਾ ਰਹੀਆਂ ਸੀ ਜਦੋਂ ਐਨਵਾਇਰਨਮੈਂਟ ਡਿਵੈਲਪਮੈਂਟ ਦੇ ਫੇਸ ਵਿੱਚ ਸੀ? ਪਹਿਲੀ ਗੱਲ, ਐਨਵਾਇਰਨਮੈਂਟ ਦੇ ਵਿੱਚ ਪ੍ਰੋਬਲਮਸ ਆਈਆਂ, ਕੁਝ ਅਰਬਨ ਏਰੀਆਜ਼ ਦੇ ਵਿੱਚ, ਕੁਝ ਰੂਰਲ ਏਰੀਆਜ਼ ਦੇ ਵਿੱਚ। ਨੈਚੁਰਲ ਰਿਸੋਰਸਿਸ ਖਤਮ ਹੋਣੇ ਸ਼ੁਰੂ ਹੋ ਗਏ। ਸਟਰੈਸ ਕੀਤੀ ਗਈ ਕਿ ਵੱਡੀਆਂ ਸਿਟੀਜ਼ ਨੂੰ ਬਣਾਇਆ ਜਾਵੇ। ਠੀਕ ਹੈ, ਸਿਟੀਜ਼ ਨੂੰ ਡਿਵੈਲਪ ਕੀਤਾ ਜਾਵੇ ਕਿ ਪ੍ਰੋਪਰ ਉੱਥੇ ਸਾਰੀਆਂ ਫੈਸਿਲਿਟੀਜ਼ ਹੋਣ। ਵਹੀਕਲਸ ਤੋਂ ਜੋ ਵੀ ਧੂਆਂ ਵਗੈਰਾ ਨਿਕਲਦਾ ਸੀ ਉਹ ਚੀਜ਼ਾਂ ਨੇ ਵੀ ਇਫੈਕਟ ਪਾਇਆ ਤੇ ਅਰਬਨਾਈਜੇਸ਼ਨ ਸ਼ਹਿਰੀਕਰਨ ਜਿਹੜਾ ਕੀਤਾ ਜਾ ਰਿਹਾ ਸੀ ਉਸ ਦਾ ਵੀ ਇਫੈਕਟ ਪਿਆ। ਉਸ ਦੇ ਬਾਰੇ ਹੁਣ ਜਾਣਨ ਜਾ ਰਹੇ ਹਾਂ। ਐਨਵਾਇਰਨਮੈਂਟ ਦੇ ਪ੍ਰੋਬਲਮ ਜਿਹੜੇ ਅਰਬਨ ਤੇ ਰੂਰਲ ਏਰੀਆਜ਼ ਤੇ ਪਏ। ਅਰਬਨ ਏਰੀਆਜ਼ मतलब कि ਸ਼ਹਿਰੀ ਖੇਤਰ ਦੇ ਵਿੱਚ ਇੰਡਸਟਰੀਜ਼ ਬਣਾਈ ਗਈ ਤੇ ਉੱਥੇ ਬਹੁਤ ਜ਼ਿਆਦਾ ਲੋਕਾਂ ਦੀ ਭੀੜ ਹੋਣੀ ਸ਼ੁਰੂ ਹੋ ਗਈ ਕਿਉਂਕਿ ਉੱਥੇ ਜੌਬ ਦੇ ਲਈ ਲੋਕੀ ਜਾਣੇ ਸਟਾਰਟ ਹੋ ਗਏ ਸੀ, ਜਿਸ ਦੇ ਕਰਕੇ ਕੀ ਹੋਇਆ, ਪਾਪੂਲੇਸ਼ਨ ਗਰੋਥ ਹੋਈ ਉੱਥੇ ਤੇ ਇਸੇ ਕਰਕੇ ਉੱਥੇ ਜੋ ਹਵਾ ਸੀ, ਪਾਣੀ ਸੀ, ਫੂਡ ਸੀ, ਇਹਨਾਂ ਦੇ ਉੱਤੇ ਇਫੈਕਟ ਪਿਆ ਤੇ ਨਾਲ ਦੇ ਨਾਲ ਹੀ ਸਾਊਂਡ ਪੋਲਿਊਸ਼ਨ ਵੀ ਉੱਥੇ ਹੋਣਾ ਸਟਾਰਟ ਹੋ ਗਿਆ। ਠੀਕ ਹੈ, एयर भी पोल्यूटेड हो गई इंडस्ट्रीज होने करके, वाटर पोल्यूशन भी स्टार्ट हो गया इंडस्ट्रीज के यूज़ करके। फूड दे विच भी इफैक्ट पैना शुरू हो गया क्योंकि उत्थे अलग अलग पैसटीसाइड, मैन्योर्स, इदां ਦੀਆਂ चीज़ां यूज़ होनियां शुरू हो गई प्रोडक्शन की डिवेलपमेंट के लिए। ठीक है, तो नाल दी नाल ही डिफोरेस्टेशन स्टार्ट हो गई लार्ज स्केल ते, क्योंकि अगर फैक्ट्री लगानी है तो उसके लिए बहुत वड्डा एरिया चाहिए सी ते फैक्ट्रीज लाउणियां आ तो बहुत सारा एरियाज अलग अलग थावां ते चाहिए सी ਤੇ ਜੰਗਲਾਂ ਦੀ ਕਟਾਈ ਸ਼ੁਰੂ ਹੋ ਗਈ, ਜਿਹਦੇ ਕਰਕੇ ਫੈਕਟਰੀਜ਼ ਦੇ ਵਿੱਚ ਫਿਊਲਸ ਨੂੰ ਬਰਨ ਕੀਤਾ ਗਿਆ, ਫਸਲ ਫਿਊਲਸ ਨੂੰ, ਤੇ ਜਿਹਦੇ ਕਰਕੇ ਗਲੋਬਲ ਵਾਰਮਿੰਗ, ਓਵਰਆਲ ਹੀਟ ਜਿਹੜੀ ਆ ਧਰਤੀ ਦੀ ਵਧਣੀ ਸਟਾਰਟ ਹੋ ਗਈ। ਨਾਲ ਦੀ ਨਾਲ ਹੀ ਜਿਨ੍ਹਾਂ ਦੇ ਕੋਲ ਹੁਣ ਪੈਸੇ ਸੀ ਉਹ ਤੇ ਸ਼ਹਿਰ ਦੇ ਵਿੱਚ ਉੱਦਾਂ ਦੀ ਡਿਵੈਲਪਮੈਂਟ ਦਾ ਫਾਇਦਾ ਲੈ ਰਹੇ ਸੀ, ਬਟ ਜਿਹੜੇ ਲੋਕੀ ਪੈਸੇ ਨਾ ਹੋਣ ਕਰਕੇ ਉਸ ਡਿਵੈਲਪਮੈਂਟ ਦੇ ਲਾਗੇ ਜਾਣਾ ਚਾਹੁੰਦੇ ਸੀ ਬਟ ਫਾਇਦਾ ਨਹੀਂ ਲੈ ਪਾ ਰਹੇ ਸੀ, ਉਹਨਾਂ ਨੇ ਆਪਣੀਆਂ ਛੋਟੀਆਂ ਝੋਪੜਪੱਟੀਆਂ ਕਹਿ ਸਕਦੇ ਹਾਂ ਇੱਦਾਂ ਦੀਆਂ ਚੀਜ਼ਾਂ ਡਿਵੈਲਪ ਕਰਨੀਆਂ ਸ਼ੁਰੂ ਕਰਤੀਆਂ, ਜਿਨ੍ਹਾਂ ਕਰਕੇ ਸਲਮਜ਼ ਏਰੀਆ ਜਾਂ ਫਿਰ ਜਿੱਥੇ ਥੋੜ੍ਹਾ ਬਹੁਤਾ ਲੋਕਾਂ ਨੇ ਝੁੱਗੀਆਂ ਝੋਪੜੀਆਂ ਬਣਾ ਕੇ ਰਹਿਣਾ ਸ਼ੁਰੂ ਕਰਤਾ ਸੀ, ਉਹ ਏਰੀਆਜ਼ ਵੀ ਡਿਵੈਲਪ ਹੋਣੇ ਸ਼ੁਰੂ ਹੋ ਗਏ ਮੇਜਰ ਸਿਟੀਜ਼ ਦੇ ਆਸੇ-ਪਾਸੇ। ਇਸ ਦੇ ਨਾਲ ਨਾਲ ਓਪਨ ਸੀਵਰੇਜ ਸਿਸਟਮ ਸ਼ੁਰੂ ਹੋ ਗਿਆ ਜੋ ਕਿ ਅਨਹਾਈਜੈਨਿਕ ਪਲੇਸਿਸ ਨੂੰ ਕ੍ਰੀਏਟ ਕਰਦਾ ਪਿਆ ਸੀ, ਤੇ ਇਸ ਦੇ ਨਾਲ ਨਾਲ ਹੀ ਉੱਥੇ ਵੇਸਟ ਪਾਈਪਲਾਈਨਸ ਹੁੰਦੀਆਂ ਸੀ ਜਿਹੜੀਆਂ ਕੀ ਕਰਦੀਆਂ ਸੀ, ਫਾਊਲ ਸਮੈਲ ਇਮਿਟ ਕਰਦੀਆਂ ਸੀ, ਗੰਦੀ ਸਮੈਲ ਉੱਥੇ ਕ੍ਰੀਏਟ ਕਰਦੀਆਂ ਸੀ। ਕਹਿ ਸਕਦੇ ਹਾਂ ਜਿੱਦਾਂ ਨਾਲੇ ਵਗੈਰਾ ਹੁੰਦੇ ਆ ਉਹਨਾਂ ਦੀ ਗੱਲ ਕਰਦੇ ਪਏ ਇੱਥੇ, ਜਿਨ੍ਹਾਂ ਦੇ ਵਿੱਚ ਫੈਕਟਰੀਆਂ ਵੱਲੋਂ ਆਇਆ ਹੋਇਆ ਮਟੀਰੀਅਲ ਬਾਹਰ ਕੱਢਿਆ ਜਾਂਦਾ ਸੀ। ਇਸ ਤੋਂ ਇਲਾਵਾ ਜਿਹੜਾ ਵੇਸਟ ਹੁੰਦਾ ਸੀ ਜੋ ਫੈਕਟਰੀਜ਼ ਦੇ ਵਿੱਚੋਂ ਸਪੈਸ਼ਲੀ ਆ ਰਿਹਾ ਸੀ, ਉਹ ਸਾਰਾ ਡੰਪ ਕੀਤਾ ਜਾ ਰਿਹਾ ਸੀ, ਇਕੱਠਾ ਹੋਈ ਜਾ ਰਿਹਾ ਸੀ ਕਿੱਥੇ, ਰਿਵਰਸ ਜਾਂ ਲੇਕਸ ਦੇ ਲਾਗੇ ਛਾਗੇ, ਜਿਹਦੇ ਕਰਕੇ ਲੇਕਸ ਦੇ ਵੀ ਐਨਵਾਇਰਨਮੈਂਟ ਨੂੰ, ਲੇਕਸ ਦੇ ਵਿੱਚ ਰਹਿਣ ਵਾਲੇ ਜੀਵਿਤ ਪ੍ਰਾਣੀਆਂ ਨੂੰ ਨੁਕਸਾਨ ਪਹੁੰਚ ਰਿਹਾ ਸੀ ਤੇ ਉੱਥੇ ਜਿਹੜੇ ਪੇੜ ਪੌਦੇ ਹੁੰਦੇ ਸੀ ਉਹਨਾਂ ਨੂੰ ਵੀ ਨੁਕਸਾਨ ਪਹੁੰਚ ਰਿਹਾ ਸੀ। ਨੈਕਸਟ ਪੇਜ। ਨੈਕਸਟ ਆ ਗਿਆ 에ਅਰ ਪੋਲਿਊਸ਼ਨ ਦੇ ਬਾਰੇ 'ਚ। 에ਅਰ ਪੋਲਿਊਸ਼ਨ ਵੀ ਇੰਡਸਟਰੀਜ਼ ਦੇ ਕਰਕੇ ਤੇ ਵਹੀਕਲਸ ਦੇ ਕਰਕੇ ਬਹੁਤ ਜ਼ਿਆਦਾ ਕ੍ਰੀਏਟ ਹੋਣਾ ਸ਼ੁਰੂ ਹੋ ਗਿਆ। ਜਿਨ੍ਹਾਂ ਨੇ ਕਾਰਾਂ ਗੱਡੀਆਂ ਲੈ ਲਈਆਂ, ਮੋਟਰਸਾਈਕਲ ਲੈ ਲਿਆ, ਹਰ ਇੱਕ ਚੀਜ਼ ਦੇ ਵਿੱਚੋਂ ਧੂੰਆਂ ਨਿਕਲਦਾ ਹੈ, ਚਾਹੇ ਬਹੁਤ ਥੋੜੀ ਮਾਤਰਾ 'ਚ ਹੋਵੇ, ਬਟ ਜਦੋਂ ਬਹੁਤ ਜ਼ਿਆਦਾ ਗਿਣਤੀ ਹੋ ਜਾਂਦੀ ਹੈ ਉਹਨਾਂ ਚੀਜ਼ਾਂ ਦੀ ਤਾਂ ਪੋਲਿਊਸ਼ਨ ਕਾਫੀ ਵੱਡੇ ਮਾਤਰਾ ਦੇ ਵਿੱਚ ਬਣਦਾ ਆ ਤੇ ਉਸੇ ਕਰਕੇ ਸਾਹ ਦੀਆਂ ਪ੍ਰੋਬਲਮਸ ਕਈਆਂ ਨੂੰ ਹੋਣੀਆਂ ਸ਼ੁਰੂ ਹੋ ਗਈਆਂ। ਸਰਦੀਆਂ ਦੇ ਮਹੀਨੇ ਦੇ ਵਿੱਚ ਅਗਰ ਟੈਂਪਰੇਚਰ ਡਾਊਨ ਜਾਂਦਾ ਸੀ ਤਾਂ ਇੰਡਸਟਰੀ ਵਿੱਚੋਂ ਜਿਹੜੀ ਇਹ ਸਮੋਕ ਨਿਕਲਦੀ ਸੀ ਉਹੀ ਧੁੰਦ ਦਾ, ਸਮੋਕ ਦਾ ਰੂਪ ਲੈ ਲੈਂਦੀ ਸੀ, ਜੋ ਕਿ ਆਈਜ਼ ਲਈ ਤੇ ਲੰਗਸ ਲਈ ਬਹੁਤ ਹਾਰਮਫੁਲ ਹੁੰਦੀ ਸੀ। ਠੀਕ ਹੈ, ਹੌਲੀ ਹੌਲੀ ਕਰਕੇ ਸਨਲਾਈਟ ਦੀ ਅਵੇਲੇਬਿਲਿਟੀ ਘਟਦੀ ਗਈ। ਸਨਲਾਈਟ ਦੀ ਅਵੇਲੇਬਿਲਿਟੀ ਮਤਲਬ ਜਿੱਦਾਂ ਠੰਡ ਆ ਤਾਂ ਉਹਦੇ ਵਿੱਚ ਧੁੰਦ ਵਗੈਰਾ, ਸਮੋਕ ਵਗੈਰਾ ਬਣਦੀ ਆ, ਉਹਦੇ ਕਰਕੇ, ਉਸਦੇ ਕਰਕੇ ਆਪਣੀ ਵਿਜ਼ਿਬਿਲਿਟੀ ਘਟਦੀ ਗਈ।
ਨਾਲ ਹੀ ਫੋਸਲ ਫਿਊਲ ਜਿਹੜੇ ਬਰਨ ਕੀਤੇ ਜਾ ਰਹੇ ਸੀ ਉਹਨਾਂ ਦੇ ਵਿੱਚ ਸਲਫਰ ਡਾਈਆਕਸਾਈਡ ਨਾਮ ਦਾ ਇੱਕ ਪਦਾਰਥ ਹੁੰਦਾ ਸੀ ਜਿਹੜਾ ਵਾਟਰ ਦੇ ਨਾਲ ਕੰਬਾਈਨ ਕਰਕੇ ਵਾਟਰ ਵੇਪਰਸ ਬਣਾਉਂਦਾ ਸੀ ਤੇ ਐਟਮੋਸਫੇਅਰ ਵਿੱਚ ਜਾ ਕੇ ਕੀ ਕਰਦਾ ਸੀ, ਸਲਫਿਊਰਿਕ ਐਸਿਡ ਦਾ ਫਾਰਮ ਲੈ ਲੈਂਦਾ ਸੀ, ਜੋ ਕਿ ਆਪਣੇ ਲਈ ਐਸਿਡ ਰੇਨ ਦੇ ਰੂਪ ਵਿੱਚ ਘਾਤਕ ਬਣ ਜਾਂਦੀ ਹੈ। ਜਿੱਦਾਂ ਗਰਮੀਆਂ ਦੇ ਵਿੱਚ ਕਹਿੰਦੇ ਹੁੰਦੇ ਆ ਅਗਰ ਮੰਨ ਲਓ ਪਹਿਲੀ ਦੂਜੀ ਬਾਰਿਸ਼ ਹੈ ਤਾਂ ਉਸ ਦੇ ਵਿੱਚ ਬਿਲਕੁਲ ਨਹੀਂ ਜਾਈਦਾ। ਕਿਉਂ ਨਹੀਂ ਜਾਈਦਾ? ਕਿਉਂਕਿ ਉਸ ਦੇ ਵਿੱਚ ਥੋੜਾ ਜਿਹਾ ਐਸਿਡਿਕ ਮਟੀਰੀਅਲ ਮਿਕਸਅਪ ਹੋਇਆ ਹੁੰਦਾ ਆ ਜਿਹੜਾ ਆਪਣੇ ਸਕਿਨ ਨੂੰ ਇਰੀਟੇਟ ਕਰਦਾ ਆ। ਠੀਕ ਹੈ, ਸੋ ਉਹ ਐਸਿਡ ਰੇਨ ਬਣਨ ਦਾ ਕਾਰਨ ਹਵਾ ਦੇ ਵਿੱਚ ਸਲਫਰ ਡਾਈਆਕਸਾਈਡ ਦਾ ਮਿਕਸਚਰ ਸੀਗਾ, ਵਾਟਰ ਦੇ ਵਿੱਚ ਮਿਕਸ ਹੋ ਕੇ ਜਿਹੜਾ ਹਵਾ ਦੇ ਵਿੱਚ ਬੱਦਲਾਂ ਦੇ ਰੂਪ ਚ ਪਹੁੰਚ ਜਾਂਦਾ ਸੀ। ਇਸ ਤੋਂ ਇਲਾਵਾ ਸ਼ਾਰਟੇਜ ਹੋਣੀ ਸ਼ੁਰੂ ਹੋ ਗਈ ਪਾਣੀ ਦੀ ਵੀ ਤੇ ਇਲੈਕਟ੍ਰਿਸਿਟੀ ਦੀ, ਜਿਸ ਕਰਕੇ ਜਨਰੇਟਰਸ ਦਾ ਯੂਜ਼ ਹੋਣਾ ਸ਼ੁਰੂ ਹੋ ਗਿਆ। ਤੇ ਜੇ ਜਨਰੇਟਰਸ ਯੂਜ਼ ਕਰਾਂਗੇ ਤਾਂ ਉਹਨਾਂ ਦੇ ਵਿੱਚ ਵੀ ਕੀ ਹੈ, ਧੂਆਂ ਵਗੈਰਾ ਤੇ ਸਾਊਂਡ ਵਗੈਰਾ ਦਾ ਪੋਲਿਊਸ਼ਨ ਸਟਾਰਟ ਹੋ ਗਿਆ, ਜਿਹਦੇ ਕਰਕੇ 에ਅਰ ਪੋਲਿਊਸ਼ਨ, ਨੋਇਜ਼ ਪੋਲਿਊਸ਼ਨ ਬਹੁਤ ਜ਼ਿਆਦਾ ਕ੍ਰੀਏਟ ਹੋਣਾ ਸ਼ੁਰੂ ਹੋ ਗਿਆ। ਇਸ ਤੋਂ ਬਾਅਦ ਸੀ ਹਾਈ ਕਾਸਟ ਆਫ ਈਡੇਬਲਸ, ਜਿਹੜੇ ਖਾਣ ਵਾਲੀਆਂ ਚੀਜ਼ਾਂ ਸੀ, ਐਂਟਰਟੇਨਮੈਂਟ ਸੀ, ਐਜੂਕੇਸ਼ਨ ਸੀ ਜਾਂ ਮੈਡੀਕਲ ਫੈਸਿਲਿਟੀਜ਼ ਸੀ, ਇਹ ਵੀ ਅਰਬਨ ਲੋਕਾਂ ਦੇ ਵਿੱਚ ਮਹਿੰਗੀਆਂ ਹੋ ਗਈਆਂ ਕਿਉਂਕਿ ਹਰ ਬੰਦੇ ਨੂੰ ਵਧੀਆ ਸੁਵਿਧਾ ਚਾਹੀਦੀ ਹੈ ਤੇ ਉਸ ਦੇ ਲਈ ਪੇਮੈਂਟ ਉਨੀ ਵੱਧ ਲੈਂਦਾ ਹੈ ਜਿਸ ਦੇ ਕੋਲ ਉਹ ਵਾਲੀ ਸਰਵਿਸ ਹੋਵੇ। ਦੈਨ ਆ ਗਿਆ ਕਿ ਪੇਂਡੂ ਖੇਤਰਾਂ ਦੇ ਵਿੱਚ ਕੀ ਫਰਕ ਪਿਆ। ਪੇਂਡੂ ਖੇਤਰਾਂ ਦੇ ਵਿੱਚ ਜ਼ਿਆਦਾ ਫਰਕ ਨਹੀਂ ਪਿਆ ਸੀ ਕਿਉਂਕਿ ਉੱਥੇ ਡਿਵੈਲਪਮੈਂਟ ਵਾਲੀ ਜੋ ਇੰਡਸਟਰੀਜ਼ ਵਗੈਰਾ ਸੀ ਉਹ ਨਹੀਂ ਸੀਗੀਆਂ, ਬਟ ਫਿਰ ਵੀ ਕਿਉਂਕਿ ਉੱਥੇ ਨਾਨ ਅਵੇਲੇਬਿਲਿਟੀ ਸੀ ਜਾਂ ਪੂਅਰ ਅਵੇਲੇਬਿਲਿਟੀ ਸੀ ਕੁਝ ਸਰਵਿਸਿਜ਼ ਦੀ, ਉਹਨਾਂ ਕਰਕੇ ਇਫੈਕਟ ਪੈਣਾ ਸ਼ੁਰੂ ਹੋ ਗਿਆ। ਕਿਹੜੀਆਂ ਸਰਵਿਸਿਜ਼ ਸੀ? ਲਾਈਕ ਐਜੂਕੇਸ਼ਨ ਜਾਂ ਮੈਡੀਕਲ ਫੈਸਿਲਿਟੀਜ਼। ਅਗਰ ਉੱਥੇ ਸਕੂਲ ਹੀ ਨਹੀਂ ਹੋਣਗੇ ਤਾਂ ਲੋਕਾਂ ਨੂੰ ਲਾਗੇ ਦੇ ਸਕੂਲਾਂ ਵਿੱਚ ਜਾਣਾ ਪਏਗਾ। ਅਗਰ ਸਿਟੀਜ਼ ਵੱਲ ਨੂੰ ਜਾਵਾਂਗੇ ਤਾਂ ਉੱਥੇ ਫਾਈਨੈਂਸ਼ੀਅਲ ਪ੍ਰੋਬਲਮ ਆਏਗੀ। ਠੀਕ ਹੈ, ਤੇ ਉੱਥੇ ਅਗਰ ਰਹਿਣਾ ਪਿਆ ਤਾਂ ਉੱਥੇ ਰਹਿਣ ਦੀ ਵੀ ਕਾਸਟ ਵੱਧ ਜਾਏਗੀ ਕਿਉਂਕਿ ਉੱਥੇ ਰੂਮ ਵਗੈਰਾ ਰੈਂਟ 'ਤੇ ਲੈਣਾ ਜਾਂ ਖਾਣ ਪੀਣ ਦਾ ਕਰਨਾ ਉਹ ਸਾਰਾ ਦਾ ਸਾਰਾ ਆਪਾਂ ਨੂੰ ਕਰਨਾ ਪਏਗਾ। ਇਸੇ ਤਰ੍ਹਾਂ ਹੀ ਜਿਹੜੇ ਆਪਣੇ ਹਸਪੀਟਲ ਸੀ ਜਾਂ ਡਿਸਪੈਂਸਰੀ ਸੀ ਪਿੰਡਾਂ ਦੇ ਵਿੱਚ ਉਹ ਵੀ ਅਵੇਲੇਬਲ ਨਹੀਂ ਸੀ, ਜਾਂ ਫਿਰ ਅਗਰ ਹੁਣ ਅਵੇਲੇਬਲ ਹੈ ਵੀ ਤਾਂ ਉਹ ਇਲ ਇਕਵਿਪਡ ਆ, ਮਤਲਬ ਕਿ ਉੱਥੇ ਸੁਵਿਧਾ ਪੂਰੀ ਨਹੀਂ ਹੈ, ਮਟੀਰੀਅਲ ਪੂਰਾ ਨਹੀਂ ਮਿਲਦਾ, ਦਵਾਈਆਂ ਪੂਰੀਆਂ ਨਹੀਂ ਮਿਲਦੀਆਂ ਜਾਂ ਚੈੱਕਅਪ ਦਾ ਸਮਾਨ ਪੂਰਾ ਨਹੀਂ ਮਿਲਦਾ। ਠੀਕ ਹੈ, ਇਸ ਤੋਂ ਇਲਾਵਾ ਮਾੜੇ ਮੋਟੇ ਵੀ ਇਲਾਜ ਦੇ ਲਈ ਸ਼ਹਿਰਾਂ ਵੱਲ ਨੂੰ ਭੱਜਣਾ ਪੈਂਦਾ ਸੀ ਲੋਕਾਂ ਨੂੰ। ਹੈਂਡ ਪੰਪਸ ਹੋ ਗਏ, ਪੌਂਡਸ ਹੋ ਗਏ ਜਾਂ ਵੈਲਸ ਹੋ ਗਏ, ਪਿੰਡਾਂ ਦੇ ਵਿੱਚ ਭਾਵੇਂ ਇਹ ਚੀਜ਼ਾਂ ਫੁਲਫਿਲ ਕਰਦੇ ਸੀ ਮਾੜਾ ਮੋਟਾ ਪਾਣੀ ਦੀ ਨੀਡ ਨੂੰ, ਬਟ ਅਗਰ ਉੱਥੇ ਕਲੋਥਸ ਵਾਸ਼ ਕਰਾਂਗੇ ਜਾਂ ਫਿਰ ਪੋਲਿਊਟਡ ਪੌਂਡਸ ਕੋਲ ਜਾਵਾਂਗੇ ਤਾਂ ਆਟੋਮੈਟਿਕਲੀ ਉਸ ਦੇ ਨਾਲ ਕੀ ਹੁੰਦਾ ਸੀ, ਕਈ ਤਰ੍ਹਾਂ ਦੇ ਪੌਂਡਸ ਦੇ ਵਿੱਚ ਇਨਸੈਕਟਸ ਬਣਨੇ ਸ਼ੁਰੂ ਹੋ ਜਾਂਦੇ ਸੀ, ਜਿਵੇਂ ਮੋਸਕੀਟੋਸ। ਤੇ ਮੋਸਕੀਟੋਸ ਦੇ ਕਰਕੇ ਆਪਾਂ ਨੂੰ ਪਤਾ ਹੀ ਹੈ ਕੀ ਹੁੰਦਾ ਹੈ ਕਿ ਆਪਾਂ ਨੂੰ ਬੁਖਾਰ ਵਗੈਰਾ ਦਾ ਜਾਂ ਫਿਰ ਆਪਾਂ ਨੂੰ ਕਈ ਤਰ੍ਹਾਂ ਦੀਆਂ ਹੋਰ ਬਿਮਾਰੀਆਂ ਆ ਜਾਂਦੀਆਂ ਆ। ਜ਼ਿਆਦਾ ਯੂਜ਼ ਜਦੋਂ ਆਪਾਂ ਕਰਦੇ ਹਾਂ ਰੂਰਲ ਏਰੀਆਜ਼ ਦੇ ਵਿੱਚ ਕੈਮੀਕਲ ਫਰਟੀਲਾਈਜ਼ਰ ਦੀ, ਇਨਸੈਕਟੀਸਾਈਡਸ ਦੀ ਜਾਂ ਵੀਡਸਾਈਡਸ ਦੀ, ਉਸ ਦੇ ਨਾਲ ਕੀ ਹੁੰਦਾ ਆ ਕਿ ਜਿਹੜੀ ਜ਼ਮੀਨ ਸੀ ਤੇ ਵਾਟਰ ਬੋਡੀ ਸੀ, ਜਿੱਥੋਂ ਵੀ ਪਾਣੀ ਆ ਰਿਹਾ ਸੀ ਜਾਂ ਜਿੱਥੇ ਵੀ ਪਾਣੀ ਜਾਣਾ ਹੈ, ਉਹ ਸਾਰਾ ਪੋਲਿਊਟ ਹੋ ਰਿਹਾ ਸੀ। ਠੀਕ ਹੈ, ਇਸੇ ਕਰਕੇ ਕਈ ਤਰ੍ਹਾਂ ਦੇ ਪਾਣੀ ਦੇ ਵਿੱਚ ਕਿਉਂਕਿ ਜਿਹੜੀਆਂ ਇਹ ਫਰਟੀਲਾਈਜ਼ਰ ਇਨਸੈਕਟੀਸਾਈਡਸ ਮਿਕਸ ਹੁੰਦੀਆਂ ਹੈ ਤਾਂ ਜ਼ਮੀਨ ਵਿੱਚ ਮਿਕਸ ਹੁੰਦੀਆਂ ਸੀ ਮੁੜ ਕੇ ਜਾ ਕੇ ਉਹੀ ਪਾਣੀ ਰਾਹੀਂ, ਉਹਨਾਂ ਦੇ ਕਰਕੇ ਬਹੁਤ ਸਾਰੇ ਸੀਰੀਅਸ ਡਿਜ਼ੀਜ਼ ਜਿਵੇਂ ਕਿ ਕੈਂਸਰ ਵਗੈਰਾ ਵੀ ਇਸ ਟਾਈਮ ਦੇ ਉੱਤੇ ਬਹੁਤ ਜ਼ਿਆਦਾ ਵੱਧ ਰਿਹਾ ਆ। ਤੇ ਬਾਇਓਡਾਇਵਰਸਿਟੀ ਦਾ ਲਾਸ ਹੋ ਹੀ ਰਿਹਾ, ਨਾਲ ਜਿਹੜੀ ਜ਼ਮੀਨ ਆ ਉਸਦੀ ਉਪਜਾਊ ਸ਼ਕਤੀ ਖਤਮ ਹੋ ਰਹੀ ਹੈ ਟੋਟਲੀ। ਦੈਨ ਨੈਚੁਰਲ ਰਿਸੋਰਸਿਸ ਦੀ ਗੱਲ ਕਰੀਏ, ਕਿਹੜੇ ਖਤਮ ਹੁੰਦੇ ਜਾ ਰਹੇ ਸੀ ਕਿ ਨੈਚੁਰਲ ਰਿਸੋਰਸਿਸ ਦੋ ਪਾਰਟਸ ਵਿੱਚ ਆਪਾਂ ਕਲਾਸੀਫਾਈ ਕਰ ਸਕਦੇ ਹਾਂ ਕਿ ਕੁਦਰਤ ਨੇ ਸਾਨੂੰ ਜੋ ਚੀਜ਼ਾਂ ਦਿੱਤੀਆਂ ਆ ਉਹ ਦੋ ਹਿੱਸਿਆਂ 'ਚ ਹੋ ਸਕਦੀਆਂ ਆ, ਜਾਂ ਤਾਂ ਉਹ ਜਿਹੜੀਆਂ ਖੁਦ ਨੂੰ ਬਣਾ ਸਕਦੀਆਂ ਜਾਂ ਉਹ ਜਿਹੜੀਆਂ ਖੁਦ ਨੂੰ ਦੁਬਾਰਾ ਜਨਰੇਟ ਹੁਣ ਨਹੀਂ ਕਰ ਸਕਦੀਆਂ ਜਾਂ ਬਹੁਤ ਲੰਮੇ ਸਮਾਂ ਲੱਗੇਗਾ ਜੇ ਉਹਨਾਂ ਨੂੰ ਜਨਰੇਟ ਕਰਨਾ ਵੀ ਹੋਵੇ। ਜਿਹੜੇ ਰੀਨਿਊਏਬਲ ਸੀਗੇ ਉਹ ਤਾਂ ਆਪਣੇ ਆਪ ਨੂੰ ਰਿਪਲੈਨਿਸ਼ ਕਰ ਲੈਂਦੇ ਆ, ਆਪਣੇ ਆਪ ਨੂੰ ਫੁੱਲਫਿਲ ਕਰ ਲੈਂਦੇ ਆ, ਆਪਣੇ ਆਪ ਨੂੰ ਭਰ ਲੈਂਦੇ ਆ ਦੁਬਾਰ ਤੋਂ, ਬਟ ਲਾਈਕ ਭਾਵੇਂ ਜ਼ਮੀਨ ਆ, ਭਾਵੇਂ ਹਵਾ ਆ, ਭਾਵੇਂ ਪਾਣੀ ਆ, ਭਾਵੇਂ ਪਲਾਂਟਸ ਆ ਜਾਂ ਐਨੀਮਲਸ ਆ, ਇਹ ਕੀ ਕਰਦੇ ਆ ਆਪਣੇ ਆਪ ਨੂੰ ਕੁਦਰਤ ਦੇ ਅਨੁਸਾਰ ਢਾਲ ਲੈਂਦੇ ਆ ਜਾਂ ਚੇਂਜਸ ਨੂੰ ਐਕਸੈਪਟ ਕਰ ਲੈਂਦੇ ਆ ਜਾਂ ਹੌਲੀ ਹੌਲੀ ਕਰਕੇ ਆਪਣੀ ਸਹੀ ਕੰਡੀਸ਼ਨ ਦੇ ਵਿੱਚ ਆਪਣੇ ਆਪ ਨੂੰ ਲਿਆਉਂਦੇ ਆ। ਬਟ ਕੁਛ ਹੈਗੇ ਨੌਨ ਰੀਨਿਊਏਬਲ ਜਿਵੇਂ ਕਿ ਕੋਲਾ ਹੋ ਗਿਆ, ਆਇਰਨ ਹੋ ਗਈ, ਪੈਟਰੋਲ ਹੋ ਗਿਆ, ਇੱਦਾਂ ਦੀਆਂ ਚੀਜ਼ਾਂ, ਇਹ ਇੱਕ ਵਾਰੀ ਅਗਰ ਦੁਨੀਆ ਦੇ ਵਿੱਚੋਂ ਖਤਮ ਹੋ ਗਏ ਤਾਂ ਦੁਬਾਰਾ ਇਹਨਾਂ ਨੂੰ ਪ੍ਰੋਡਿਊਸ ਕੀਤਾ ਨਹੀਂ ਜਾ ਸਕਦਾ। ਠੀਕ ਹੈ, ਸੋ ਡਿਪਲੀਸ਼ਨ ਜਿਹੜੀ ਹੋ ਰਹੀ ਆ ਉਸਦੇ 4 ਮੇਜਰ ਕਾਜ਼ਸ ਕਿਹੜੇ ਆ? ਪਾਪੂਲੇਸ਼ਨ ਗਰੋਥ, ਓਵਰਯੂਜ਼ ਆਫ ਰਿਸੋਰਸਿਸ, ਨਾਨ ਇਕੁਇਟੇਬਲ ਡਿਸਟ੍ਰੀਬਿਊਸ਼ਨ ਆਫ ਰਿਸੋਰਸਿਸ ਤੇ ਨਵੀਆਂ ਟੈਕਨੋਲੋਜੀਜ਼ ਡਿਵੈਲਪਮੈਂਟ। ਪਾਪੂਲੇਸ਼ਨ ਵੱਧ ਰਹੀ ਆ, ਰਿਸੋਰਸ ਜ਼ਿਆਦਾ ਯੂਜ਼ ਹੋ ਰਹੇ ਆ,
ਇਕੁਅਲ ਡਿਸਟ੍ਰੀਬਿਊਸ਼ਨ ਨਹੀਂ ਆ। ਕੁਦਰਤ ਨੇ ਵੰਡ ਕੇ ਚੀਜ਼ਾਂ ਨਹੀਂ ਦਿੱਤੀਆਂ ਹੋਈਆਂ, ਕਿਤੇ ਕਿਸੇ ਚੀਜ਼ ਦੀ ਭਰਮਾਰ ਹੈਗੀ ਆ, ਕਿਤੇ ਕਿਸੇ ਚੀਜ਼ ਦੀ ਕਮੀ ਹੈਗੀ ਆ, ਇਸ ਤਰ੍ਹਾਂ। ਤੇ ਟੈਕਨੋਲੋਜੀ ਜਿਹੜੀ ਡਿਵੈਲਪ ਹੋ ਰਹੀ ਆ ਉਹ ਤੇ ਇਫੈਕਟ ਪਾਉਂਦੀ ਆ। ਇਸ ਦੇ ਬਾਰੇ 'ਚ ਆਪਣੇ ਪੈਰਾਗ੍ਰਾਫਸ ਹੈਗੇ ਆ ਕਿ ਸਭ ਤੋਂ ਪਹਿਲਾਂ ਪੋਪੂਲੇਸ਼ਨ ਗਰੋਥ 20ਵੀਂ ਸੈਂਚੁਰੀ ਦੇ ਵਿੱਚ ਜਿੱਦਾਂ ਹੀ ਡਿਮਾਂਡ ਫੂਡ ਦੀ ਵਧੀ, ਮਿਨਰਲ ਦੀ ਵਧੀ, ਵੁੱਡਸ ਦੀ ਵਧੀ ਤੇ ਹੋਰ ਕਮੋਡਿਟੀਜ਼ ਦੀ ਵਧੀ, ਨਾਲ ਹੀ ਕੀ ਹੋ ਗਿਆ ਕਿ ਫੂਡ ਵੁੱਡ ਦੇ ਲਈ ਫੋਰੈਸਟ ਵਗੈਰਾ ਕੱਟ ਕਰਨੇ ਸ਼ੁਰੂ ਕਰ ਦਿੱਤੇ ਗਏ। ਤੇ ਪੋਪੂਲੇਸ਼ਨ ਗਰੋਥ ਨੇ ਕੀ ਕੀਤਾ, ਪੋਲਿਊਸ਼ਨ, ਕਰਾਊਡਿੰਗ, ਡਿਸਟਰਕਸ਼ਨ ਤੇ ਹੈਬਿਟੇਟ ਦੇ ਉੱਤੇ ਇਫੈਕਟ, ਜੋ ਨੈਚੁਰਲ এনवायरमेंट ਸੀ ਉਹਦੇ ਉੱਤੇ ਇਫੈਕਟ ਪਾਉਣਾ, ਬੁਰਾ ਇਫੈਕਟ ਪਾਉਣਾ ਸ਼ੁਰੂ ਕਰ ਦਿੱਤਾ। ਰਿਸੋਰਸਿਸ ਓਵਰਯੂਜ਼ ਵਿੱਚ ਕਿਹੜੇ ਜਾ ਰਹੇ ਸੀ, ਜਿੱਦਾਂ ਜ਼ਮੀਨ ਹੈਗੀ ਆ ਖੇਤੀ ਦੇ ਲਈ ਜਾਂ ਫਿਰ ਫੈਕਟਰੀਜ਼ ਦੇ ਲਈ, ਪਾਣੀ ਹੈਗਾ ਆ ਖੇਤੀ ਦੇ ਲਈ ਜਾਂ ਫਿਰ ਜਿੱਦਾਂ ਵਾਸ਼ਿੰਗ ਵਗੈਰਾ ਦੇ ਲਈ, ਕਲੀਨਿੰਗ ਵਗੈਰਾ ਦੇ ਲਈ, ਦੈਨ ਮਿਨਰਲਸ ਹੋ ਗਏ, ਫੋਰੈਸਟ ਹੋ ਗਏ, ਇਹਨਾਂ ਦੇ ਓਵਰਯੂਜ਼ ਹੋਣੇ ਸ਼ੁਰੂ ਹੋ ਗਏ। ਹੁਣ ਇਹਨਾਂ ਦੇ ਬਾਰੇ 'ਚ ਹੈਗਾ ਆ ਪੈਰਾਗ੍ਰਾਫਸ ਕਿ ਸੋਇਲ ਦੀ ਡਾਇਰੈਕਟ ਤੇ ਇਨਡਾਇਰੈਕਟ ਆਪਾਂ ਨੂੰ ਲੋੜ ਪੈਂਦੀ ਆ। ਸੋਇਲ ਖੁਦ ਨੂੰ ਰੀਨਿਊ ਕਰ ਸਕਦੀ ਆ, ਬਟ ਉਹਨੂੰ ਟਾਈਮ ਲੱਗਦਾ ਆ ਕਿ ਇੱਕ ਵਾਰੀ ਉਹਦੇ ਵਿੱਚੋਂ ਅਗਰ ਆਪਾਂ ਫਸਲ ਕੱਟ ਲਈ ਆ ਤਾਂ ਦੂਜੀ ਵਾਰੀ ਉਸ ਨੂੰ ਭਰਨ ਦੇ ਵਿੱਚ ਕੁਝ ਦੁਬਾਰਾ ਆਪਣੇ ਮਿਨਰਲਸ ਵਗੈਰਾ ਪੂਰੇ ਕਰਨ ਦੇ ਵਿੱਚ ਟਾਈਮ ਲੱਗੇਗਾ। ਸੇਮ ਵੇ ਅਗਰ ਆਪਾਂ ਸੇਮ ਕ੍ਰੌਪ ਦੁਬਾਰਾ ਉਗਾਵਾਂਗੇ ਤਾਂ ਉਹਦੇ ਨਾਲ ਵੀ ਫਰਟੀਲਿਟੀ ਜਿਹੜੀ ਸੋਇਲ ਦੀ ਆ ਖਤਮ ਹੋ ਜਾਂਦੀ ਆ, ਉਪਜਾਊ ਸ਼ਕਤੀ ਖਤਮ ਹੋ ਜਾਂਦੀ ਆ, ਜਿਹੜਾ ਝਾੜ ਆਪਾਂ ਨੂੰ ਮਿਲਦਾ ਸੀ ਉਹ ਹੌਲੀ ਕਰਕੇ ਘਟਣਾ ਸ਼ੁਰੂ ਹੋ ਜਾਂਦਾ ਆ। ਅਗਰ ਆਪਾਂ ਸੇਮ ਕ੍ਰੌਪ ਬਾਰ-ਬਾਰ ਉਗਾਉਂਦੇ ਆ ਉਸ ਨੂੰ ਮੋਨੋਕਲਚਰ ਵੀ ਆਖਦੇ ਆ, ਠੀਕ ਹੈ। ਸੋ ਸੈਕੰਡ ਆ ਗਿਆ ਵਾਟਰ ਦੀ ਐਗਜ਼ਿਸਟੈਂਸ ਲਈ ਧਰਤੀ ਦੇ ਉੱਤੇ ਆਪਾਂ ਨੂੰ ਕਿਸੇ ਵੀ ਤਰ੍ਹਾਂ ਦੀ ਲਾਈਫ ਦੀ ਫਾਰਮ ਅਗਰ ਚਾਹੀਦੀ ਹੈ ਤਾਂ ਉਸ ਦੇ ਲਈ ਪਾਣੀ ਜ਼ਰੂਰੀ ਆ। ਪਾਣੀ ਸਭ ਨੂੰ ਹੀ ਚਾਹੀਦਾ ਆ। ਡਾਇਰੈਕਟ ਇਨਡਾਇਰੈਕਟ ਇਸ ਦਾ ਵੀ ਯੂਜ਼ ਹੈਗਾ ਆ। ਦੁਨੀਆ ਦੇ ਵਿੱਚ 97% ਜੋ ਪਾਣੀ ਆ, 97% ਜੋ ਪਾਣੀ ਆ, ਉਹ ਪਾਣੀ ਜਿਹੜਾ ਹੈਗਾ ਆ ਪੀਣ ਲਾਇਕ ਨਹੀਂ ਆ, ਉਸ ਦੇ ਵਿੱਚ ਸੌਲਟੀਨੈਸ ਆ। ਇਸ ਦਾ ਮਤਲਬ ਕੀ ਆ ਕਿ ਦੁਨੀਆ ਦੇ ਵਿੱਚ ਅਗਰ 10 ਗਲਾਸ ਪਾਣੀ ਦੇ ਹੋਣ ਤਾਂ ਉਸ ਦੇ ਵਿੱਚੋਂ ਸਿਰਫ 3 ਗਲਾਸ ਆ, ਅਗਰ ਦੁਨੀਆ ਦੇ ਵਿੱਚ 100 ਗਲਾਸ ਪਾਣੀ ਦੇ ਅਗਰ ਹੋਣ ਤਾਂ ਉਹਦੇ ਵਿੱਚੋਂ ਸਿਰਫ 3 ਗਲਾਸ ਪਾਣੀ ਆ ਜੋ ਆਪਾਂ ਯੂਜ਼ ਕਰ ਸਕਦੇ ਆ। ਬਾਕੀ 97 ਗਲਾਸਿਸ ਜਿੱਦਾਂ ਮੈਂ ਕਿਹਾ ਤੁਹਾਨੂੰ ਉਹ ਯੂਜ਼ੇਬਲ ਨਹੀਂ ਆ, ਠੀਕ ਹੈ। ਇਸ ਤੋਂ ਬਾਅਦ ਆ ਜਾਂਦਾ ਹੈ ਕਿ ਓਵਰਆਲ ਇਹ ਪਾਣੀ ਜਿਹੜਾ ਹੈਗਾ ਆ, ਜਿਹੜਾ 3% ਆਪਾਂ ਗਿਣਿਆ ਆ ਪੀਣ ਲਾਇਕ, ਉਹਦੇ ਵਿੱਚੋਂ ਵੀ ਸਭ ਤੋਂ ਵੱਡਾ ਹਿੱਸਾ 65% ਹਿੱਸਾ ਉਸ ਦੇ ਵਿੱਚੋਂ ਆਪਾਂ ਯੂਜ਼ ਕਰਦੇ ਪਏ ਐਗਰੀਕਲਚਰ ਦੇ ਵਿੱਚ ਪੀਣ ਵਾਲੇ ਪਾਣੀ ਦਾ। 25% ਉਹਦੇ ਵਿੱਚੋਂ ਯੂਜ਼ ਹੋ ਰਿਹਾ ਹੈ ਇੰਡਸਟਰੀਜ਼ ਦੇ ਵਿੱਚ, ਜਿੱਥੇ ਸਮਾਨ ਵਗੈਰਾ ਕੁਝ ਵੀ ਬਣਾਉਂਦੇ ਆ ਜਾਂ ਕੁਝ ਵੀ ਵਾਸ਼ਿੰਗ ਵਗੈਰਾ ਕਰਦੇ ਆ। ਤੇ 5% ਸਿਰਫ ਹਿੱਸਾ ਆ ਉਸ ਦੇ ਵਿੱਚੋਂ ਜਿਹੜਾ ਆਪਾਂ ਘਰ ਦੀ ਵਰਤੋਂ ਲਈ ਯੂਜ਼ ਕਰਦੇ ਪਏ ਆ। ਸੋ ਜਿਹੜਾ ਪਾਣੀ ਆਪਾਂ ਗਿਣਿਆ ਸਿਰਫ 3% ਦੁਨੀਆ ਦਾ ਪੀਣ ਲਾਇਕ ਪਾਣੀ ਆ ਜਿਹੜਾ, ਉਸ ਦੇ ਵਿੱਚੋਂ ਵੀ ਸਭ ਤੋਂ ਵੱਡਾ ਹਿੱਸਾ ਜਿਹੜਾ ਆ ਉਹ ਖੇਤੀ ਦੇ ਵਿੱਚ ਹੀ ਲੱਗਦਾ ਪਿਆ ਆ। ਕਿਉਂਕਿ ਕਣਕ ਵਗੈਰਾ ਲਈ, ਬਿਜਾਈ ਵਗੈਰਾ ਲਈ ਜਦੋਂ ਆਪਾਂ ਨੂੰ ਪਤਾ ਆ ਕਿ ਪਾਣੀ ਵਗੈਰਾ ਦੀ ਬਹੁਤ ਲੋੜ ਪੈਂਦੀ ਆ। ਇਸੇ ਲਈ ਬਾਰ-ਬਾਰ ਗਵਰਨਮੈਂਟ ਵੀ ਕਹਿੰਦੀ ਹੈ ਕਿ ਤੁਸੀਂ ਉਹ ਵਾਲੀਆਂ ਫਸਲੀ ਚੱਕਰ ਨੂੰ ਯੂਜ਼ ਕਰੋ ਜਿਹਦੇ ਵਿੱਚ ਤੁਹਾਡਾ ਪਾਣੀ ਦਾ ਖਪਾ ਘੱਟ ਹੋਵੇ, ਜਾਂ ਉਸ ਹਿਸਾਬ ਨਾਲ ਯੂਜ਼ ਕਰੋ ਕਿ ਪਾਣੀ ਮੁੱਕ ਨਾ ਜਾਵੇ। ਕਿਉਂਕਿ ਸਭ ਤੋਂ ਜ਼ਿਆਦਾ ਵੱਡਾ ਏਰੀਆ ਪੂਰੀ ਦੁਨੀਆ ਦਾ, ਇਕੱਲੇ ਪੰਜਾਬ ਦੀ ਗੱਲ ਨਹੀਂ ਕਰ ਰਹੇ, 65% ਪਾਣੀ ਜੋ ਦੁਨੀਆ ਦਾ ਆ ਉਹ ਖੇਤੀ ਦੇ ਵਿੱਚ ਹੀ ਯੂਜ਼ ਹੋ ਰਿਹਾ ਆ ਇਸ ਟਾਈਮ ਦੇ ਉੱਤੇ, ਠੀਕ ਹੈ। ਇਸ ਤੋਂ ਬਾਅਦ ਨੈਕਸਟ ਆ ਜਾਂਦਾ ਹੈ ਪੇਜ ਤੁਹਾਡਾ। ਨੈਕਸਟ ਪੇਜ ਤੇ ਆ ਜਾਂਦੇ ਆ ਕਿ ਪੋਪੂਲੇਸ਼ਨ ਦਾ ਜੋ ਐਕਸਪੋਜ਼ਰ ਸੀਗਾ ਉਹਦੇ ਕਰਕੇ, ਕਿਉਂਕਿ ਬਿਜਲੀ ਵਗੈਰਾ ਵੀ ਬਣਾਉਣੀ ਹੈ, ਉਸਦੇ ਕਰਕੇ ਆਪਣੇ ਡੈਮਸ ਵਗੈਰਾ ਜਾਂ ਰਿਜ਼ਰਵ ਵਗੈਰਾ ਪਾਣੀ ਦੇ ਸਟੋਰੇਜ ਪੁਆਇੰਟਸ ਬਣਾਏ ਗਏ ਆ। ਪੂਰੀ ਦੁਨੀਆ ਦੇ ਵਿੱਚ 36,000 ਡੈਮ ਹੈਗੇ ਆ ਘੱਟੋ ਘੱਟ ਬਣੇ ਹੋਏ, ਠੀਕ ਹੈ। ਤੇ ਜਿਹਦੇ ਵਿੱਚ ਕੀ ਹੁੰਦਾ ਆ ਕਿ ਓਵਰਆਲ ਫਲੋ ਜੋ ਪਾਣੀ ਦਾ ਹੈਗਾ ਰਿਡਿਊਸ ਹੋ ਜਾਂਦਾ ਹੈ। ਕਿੱਦਾਂ? ਕਿਉਂਕਿ ਜਦੋਂ ਆਪਾਂ ਡੈਮ ਬਣਾ ਲਿਆ ਮਤਲਬ ਆਪਾਂ ਬੰਨ ਲਗਾ ਦਿੱਤਾ ਪਾਣੀ ਦੇ ਫਲੋ ਨੂੰ, ਕਿ ਪਾਣੀ ਜਿੱਥੋਂ ਤੱਕ ਪਹੁੰਚਣਾ ਸੀ ਉੱਥੋਂ ਤੱਕ ਪਹੁੰਚ ਹੀ ਨਾ ਸਕੇ। ਇਸ ਦਾ ਯੂਜ਼ ਤੇ ਆਪਾਂ ਕਰ ਰਹੇ ਹਾਂ ਕਿ ਸਾਨੂੰ ਇਲੈਕਟ੍ਰਿਸਿਟੀ ਪ੍ਰੋਵਾਈਡ ਕਰੇ, ਠੀਕ ਹੈ, ਜਾਂ ਫਲੱਡਸ ਨੂੰ ਕੰਟਰੋਲ ਕੀਤਾ ਜਾ ਸਕੇ, ਜਾਂ ਇਰੀਗੇਸ਼ਨਲ ਫੈਸਿਲਿਟੀਜ਼ ਲੋਕਲ ਏਰੀਆ ਤੇ ਜਿੱਥੇ ਡੈਮ ਬਣਿਆ ਹੈ ਉੱਥੇ ਲਾਗੇ ਛਾਗੇ ਉਹ ਚੀਜ਼ ਪ੍ਰੋਵਾਈਡ ਕਰਾਈ ਜਾ ਸਕੇ। ਬਟ ਇਸ ਦਾ ਇੰਪੈਕਟ ਮਾੜਾ ਵੀ ਆ ਕਿਉਂਕਿ ਬਹੁਤ ਦੂਰ ਤੱਕ ਇਹ ਪਾਣੀ ਜਾਣਾ ਹੁੰਦਾ ਸੀ ਜੋ ਕਿ ਉੱਥੋਂ ਤੱਕ ਪਹੁੰਚਦਾ ਹੀ ਨਹੀਂ, ਤੇ ਉੱਥੋਂ ਤੱਕ ਦੇ ਲੋਕਾਂ ਦੀ ਜੋ ਯੂਜ਼ੇਜ ਸੀ ਉਹ ਖਤਮ ਹੋ ਗਈ, ਠੀਕ ਹੈ। ਇਸ ਤੋਂ ਬਾਅਦ ਆ ਜਾਂਦੇ ਮਿਨਰਲਸ। ਮਿਨਰਲ ਵੀ ਜਿਹੜੇ ਹੁੰਦੇ ਆ ਉਹ ਨਾਨ ਰੀਨਿਊਏਬਲ ਰਿਸੋਰਸਿਸ ਹੈਗੇ ਆ, ਠੀਕ ਹੈ। ਇੱਕ ਵਾਰੀ ਅਗਰ ਇਹ ਖਤਮ ਹੋ ਗਏ ਤਾਂ ਇਹਨਾਂ ਨੂੰ ਦੁਬਾਰਾ ਬਣਾਇਆ ਨਹੀਂ ਜਾ ਸਕਦਾ, ਜਿਹੜੇ ਕੁਦਰਤੀ ਮਿਨਰਲਸ ਹੈਗੇ ਆ। ਜਿੱਦਾਂ ਇਨਕਰੀਜ਼ ਹੋ ਰਹੀ ਆ ਪਾਪੂਲੇਸ਼ਨ ਜਾਂ ਇੰਡਸਟਰੀਲਾਈਜੇਸ਼ਨ ਹੋ ਰਹੀ ਆ, ਉਸ ਦੇ ਨਾਲ ਅਲੱਗ-ਅਲੱਗ ਫਿਊਲਸ ਯੂਜ਼ ਕੀਤੇ ਜਾ ਰਹੇ ਆ ਫੈਕਟਰੀਜ਼ ਦੇ ਵਿੱਚ, ਫੋਸਿਲ ਫਿਊਲਸ, ਠੀਕ ਹੈ। ਤੇ ਨਾਲ ਹੀ ਜਿਹੜੇ ਮਿਨਰਲਸ ਹੈਗੇ ਆ, ਮੈਗਨੀਜ਼ ਹੋ ਗਿਆ, ਕਾਪਰ, ਟਿਨ, ਜ਼ਿੰਕ, ਤੇ ਬਹੁਤ ਵੱਡੀ ਮਾਤਰਾ ਦੇ ਵਿੱਚ ਲੋਕਾਂ ਦੀ ਨੀਡ ਲਈ ਵਰਤੇ ਜਾ ਰਹੇ ਆ, ਠੀਕ ਹੈ। ਦੈਨ ਐਗਜ਼ਾਮਪਲ ਵਗੈਰਾ ਦਿੱਤੀ ਹੋਈ ਆ, ਉਸ ਨੂੰ ਰੀਡ ਆਊਟ ਕਰ ਲਈਓ। ਦੈਨ ਆ ਜਾਂਦੇ ਆ ਫੋਰੈਸਟ। ਫੋਰੈਸਟ ਜਿਹੜੇ ਹੈਗੇ ਆ ਆਪਣੀ ਧਰਤੀ ਦੇ ਉੱਤੇ ਟੈਂਪਰੇਚਰ ਨੂੰ ਇਕੁਏਟ ਕਰਕੇ ਰੱਖਣ ਲਈ, ਸਹੀ ਕਰਕੇ ਰੱਖਣ ਲਈ, ਇਕੋਸਿਸਟਮ ਨੂੰ ਬੈਲੈਂਸ ਕਰਕੇ ਰੱਖਣ ਲਈ ਫੋਰੈਸਟ ਦਾ ਬਹੁਤ ਵੱਡਾ ਰੋਲ ਹੈਗਾ ਆ, ਜਿਨ੍ਹਾਂ ਨੂੰ ਆਪਾਂ ਕੀ ਇੰਡਸਟਰੀਲਾਈਜੇਸ਼ਨ ਲਈ ਕੱਟੀ ਜਾ ਰਹੇ ਆ। ਭਾਵੇਂ ਘਰ ਬਣਾਉਣੇ ਹੁੰਦੇ ਆ ਉਹਦੇ ਲਈ ਟਿੰਬਰ ਟਾਈਪ ਦੀ ਵੁੱਡ ਯੂਜ਼ ਕਰ ਲਈ, ਜਾਂ ਫਿਰ ਆਪਾਂ ਫਿਊਲ ਯੂਜ਼ ਕੀਤਾ ਆ ਵੁੱਡ ਦੇ ਤੌਰ ਤੇ, ਲੱਕੜਾਂ ਨੂੰ ਬਾਲ ਕੇ ਜਿਸ ਤਰ੍ਹਾਂ
ਪੁਰਾਣੇ ਟਾਈਮ ਤੇ ਹੁੰਦਾ ਸੀ, ਜਾਂ ਰॉ ਮਟੀਰੀਅਲਸ ਦੇ ਤੌਰ ਤੇ ਵੁੱਡ ਨੂੰ ਯੂਜ਼ ਕਰ ਲਿਆ, ਕਿ ਕਿਤੇ ਕੋਈ ਵੀ ਕੰਸਟਰਕਸ਼ਨ ਵਰਕ ਆ ਤਾਂ ਉਹਦੇ ਵਿੱਚ ਯੂਜ਼ ਕਰ ਲਿਆ। ਇੱਦਾਂ ਉਹਨਾਂ ਦਾ ਯੂਜ਼ ਬਹੁਤ ਜ਼ਿਆਦਾ ਹੋ ਰਿਹਾ ਆ ਇੰਡਸਟਰੀਅਲਾਈਜੇਸ਼ਨ ਦੇ ਵਿੱਚ, ਤੇ ਨਾਲ ਹੀ ਜਿਹੜੇ ਫੋਰੈਸਟ ਸੀ ਉਹ ਸੋਇਲ ਇਰੋਜ਼ਨ ਨੂੰ ਪ੍ਰੀਵੈਂਟ ਕਰਦੇ ਸੀ। ਸੋਇਲ ਇਰੋਜ਼ਨ ਮਤਲਬ ਕਿ ਪਾਣੀ ਜਿਹੜਾ ਖੋਰ ਕੇ ਲੈ ਜਾਂਦਾ ਸੀ, ਜਿੱਥੋਂ ਦੀ ਵਹਿੰਦਾ ਪਿਆ ਆ ਉੱਥੇ ਨਾਲ ਨਾਲ ਲੱਗੀ ਹੋਈ ਮਿੱਟੀ ਨੂੰ, ਉਸ ਚੀਜ਼ ਨੂੰ ਜੇ ਪੌਦੇ ਲੱਗੇ ਹੋਏ ਹੁੰਦੇ ਸੀ ਤੇ ਉਹ ਰੋਕਦੇ ਸੀ ਕਿ ਮਿੱਟੀ ਨਾਲ ਨਾ ਖੁਰ ਕੇ ਜਾਵੇ, ਤਾਂ ਉਸ ਕਰਕੇ ਵੀ ਕਾਫੀ ਜ਼ਿਆਦਾ ਫਾਇਦਾ ਰਹਿੰਦਾ ਸੀਗਾ, ਫੋਰੈਸਟ ਹਰੇ ਭਰੇ ਰਹਿੰਦੇ ਸੀਗੇ। ਬਟ ਜਿੱਦਾਂ ਜਿੱਦਾਂ ਫੋਰੈਸਟ ਕੱਟੇ ਜਾ ਰਹੇ ਆ ਨਾਲ ਨਾਲ ਸੋਇਲ ਇਰੋਜ਼ਨ ਵੀ ਵੱਧਦੀ ਪਈ ਹੈ, ਠੀਕ ਹੈ। ਤਾਂ ਉਸ ਕਰਕੇ ਵਾਟਰਸ਼ੈਡ ਹੋ ਰਿਹਾ ਆ ਤੇ ਬਹੁਤ ਜ਼ਿਆਦਾ ਪਾਣੀ ਕਰ ਨੁਕਸਾਨ ਹੋ ਰਿਹਾ ਆ ਕੁਦਰਤੀ ਚੀਜ਼ਾਂ ਦਾ। ਨੈਕਸਟ ਪੇਜ ਵਿੱਚ ਆਪਾਂ ਆ ਗਏ ਹਾਂ ਕਿ ਨਾਨ ਇਕੁਇਟੇਬਲ ਡਿਸਟ੍ਰੀਬਿਊਸ਼ਨ ਆਫ ਰਿਸੋਰਸਿਸ। ਇਸ ਦਾ ਮੀਨਿੰਗ ਮੈਂ ਪਹਿਲਾਂ ਵੀ ਦੱਸਿਆ ਕਿ ਯੂਨੀਫਾਰਮਲੀ ਡਿਸਟ੍ਰੀਬਿਊਸ਼ਨ ਨਹੀਂ ਹੋਈ। ਕੁਦਰਤ ਨੇ ਕੋਈ ਚੀਜ਼ ਕਿਤੇ ਵੱਧ ਮਾਤਰਾ ਦਿੱਤੀ ਹੋਈ ਆ ਤੇ ਕੋਈ ਚੀਜ਼ ਕਿਤੇ ਵੱਧ ਮਾਤਰਾ ਦਿੱਤੀ ਹੋਈ ਆ, ਤੇ ਇਸੇ ਕਰਕੇ ਅਰਬਨਾਈਜੇਸ਼ਨ ਦੇ ਵਿੱਚ ਉਹਨਾਂ ਦੀ ਯੂਟਿਲਾਈਜੇਸ਼ਨ ਦੇ ਵਿੱਚ, ਉਹਨਾਂ ਦੀ ਵਰਤੋਂ ਦੇ ਵਿੱਚ ਫਰਕ ਪੈ ਰਿਹਾ ਆ, ਪ੍ਰੋਬਲਮ ਆ ਰਹੀ ਆ। ਅਗਰ ਇੱਕ ਜਗ੍ਹਾ ਦੇ ਉੱਤੇ ਇੱਕ ਫੈਕਟਰੀ ਲਗਾਈ ਗਈ, ਉਸ ਦੇ ਵਿੱਚ ਮੰਨ ਲਓ ਲੋਹੇ ਦੀ ਲੋੜ ਸੀਗੀ, ਤੇ ਲੋਹਾ ਮੰਨ ਲਓ ਉੱਥੇ ਅਵੇਲੇਬਲ ਹੈਗਾ ਆ, ਬਟ ਮੰਨ ਲਓ ਲੋਹੇ ਦੇ ਨਾਲ ਉੱਥੇ ਉਹਨੂੰ ਸਟੀਲ ਦੀ ਵੀ ਲੋੜ ਪੈਂਦੀ ਆ, ਜਾਂ ਮੰਨ ਲਓ ਕਿਸੇ ਹੋਰ ਧਾਤੂ ਦੀ ਲੋੜ ਪੈਂਦੀ ਜੋ ਉੱਥੇ ਲੋਕਲ ਨਹੀਂ ਅਵੇਲੇਬਲ, ਤਾਂ ਇੰਪੋਰਟ ਕਰਨਾ ਪੈਂਦਾ ਆ, ਲੌਂਗ ਡਿਸਟੈਂਸ ਤੋਂ ਕੈਰੀ ਕਰਨਾ ਪੈਂਦਾ ਆ, ਤਾਂ ਉਸ ਦੇ ਉੱਤੇ ਟਰਾਂਸਪੋਰਟੇਸ਼ਨ ਦੇ ਉੱਤੇ ਵੀ ਖਰਚਾ ਹੁੰਦਾ ਆ, ਤੇ ਨਾਲ ਆਪਾਂ ਨੂੰ ਉਸ ਦੀ ਪ੍ਰੋਡਕਸ਼ਨ ਦੇ ਉੱਤੇ ਵੀ ਕਾਸਟ ਵੱਧਦੀ ਆ, ਤੇ ਨਾਲ ਕੁਦਰਤੀ ਰਿਸੋਰਸਿਸ ਦਾ ਨੁਕਸਾਨ ਵੀ ਹੁੰਦਾ ਆ। ਇਸ ਤਰ੍ਹਾਂ ਇਹ ਚੀਜ਼ ਇਫੈਕਟ ਕਰਦੀ ਆ। ਦੈਨ ਆ ਜਾਂਦੀ ਆ ਨਿਊ ਟੈਕਨੋਲੋਜੀਕਲ ਡਿਵੈਲਪਮੈਂਟ। ਜਿੱਦਾਂ ਜਿੱਦਾਂ ਆਪਾਂ ਉੱਪਰ ਪੜ੍ਹਿਆ ਆ ਸਾਰਾ, ਉਹੀ ਸਾਰੀਆਂ ਟੈਕਨੋਲੋਜੀਕਲ ਡਿਵੈਲਪਮੈਂਟਸ ਆ ਕਿ ਅਗਰ ਫੈਕਟਰੀਜ਼ ਲੱਗ ਰਹੀਆਂ, ਅਗਰ ਕੋਈ ਵੀ ਚੀਜ਼ ਬਣਾਈ ਜਾ ਰਹੀ ਆ, ਉੱਥੇ ਕੁਦਰਤੀ ਰਿਸੋਰਸਿਸ ਦਾ ਯੂਜ਼ ਹੋ ਰਿਹਾ ਹੈ, ਤਾਂ ਉਹਦੇ ਕਰਕੇ ਕੁਦਰਤ ਦੇ ਉੱਤੇ ਨੁਕਸਾਨ ਹੋ ਰਿਹਾ ਆ। ਆਪਾਂ ਨੂੰ ਚੀਜ਼ ਮਿਲ ਰਹੀ ਆ ਬਟ ਕੁਦਰਤ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਆ। ਦੈਨ ਆ ਜਾਂਦਾ ਆ ਕਿ ਸਿਵਿਕਸ ਐਮਿਨਿਟੀਜ਼ ਕੀ ਹੈਗਾ ਸੀ, ਉਹਦੇ ਉੱਤੇ ਫੋਕਸ ਕੀ ਕੀਤਾ ਆ। ਸਿਵਿਕਸ ਦਾ ਮੀਨਿੰਗ ਹੈਗਾ ਸੀ ਸਿਟੀ ਜਾਂ ਟਾਊਨ ਬਣਾਉਣਾ, ਠੀਕ ਹੈ। ਐਮਿਨਿਟੀਜ਼ ਹੈਗਾ ਉੱਥੇ ਉਹ ਵਾਲੇ ਫੀਚਰਸ ਪ੍ਰੋਵਾਈਡ ਕਰਾਉਣਾ ਤਾਂ ਕਿ ਲੋਕਾਂ ਨੂੰ ਈਜ਼ੀ ਰਵੇ ਉੱਥੇ ਰਹਿਣਾ, ਠੀਕ ਹੈ। ਸੋ ਉੱਥੇ ਅਲੱਗ-ਅਲੱਗ ਫੈਸਿਲਿਟੀਜ਼ ਦੇਣ ਦੀ ਲੋੜ ਪੈਂਦੀ ਆ, ਜਿਵੇਂ ਭਾਵੇਂ ਕਲੀਨ ਵਾਟਰ ਹੋ ਗਿਆ, ਰੈਗੂਲਰ ਸਪਲਾਈ ਹੋ ਗਈ ਇਲੈਕਟ੍ਰਿਸਿਟੀ ਦੀ, ਜਾਂ ਫਿਰ ਉੱਥੋਂ ਦੇ ਆਉਣ ਜਾਣ ਲਈ ਬੱਸਾਂ ਵਗੈਰਾ ਦੀ ਸਰਵਿਸ ਹੋ ਗਈ, ਠੀਕ ਹੈ, ਜਾਂ ਫਿਰ ਹਸਪੀਟਲਸ ਹੋ ਗਏ, ਜਾਂ ਡਿਸਪੋਜ਼ਲ ਵਾਟਰ ਦਾ ਜਿਹੜਾ ਉੱਥੇ ਵਾਧੂ ਪਾਣੀ ਆ ਉਸਦਾ ਨਿਕਾਸ ਹੋ ਗਿਆ, ਠੀਕ ਹੈ। ਦੁਨੀਆ ਦੇ ਵਿੱਚ ਆਲਮੋਸਟ 30% ਲੋਕੀ ਇੱਦਾਂ ਦੇ ਹੈਗੇ ਆ ਜਿਨ੍ਹਾਂ ਦੇ ਕੋਲ ਪੀਣ ਲਾਇਕ ਸਾਫ਼ ਪਾਣੀ ਵੀ ਨਹੀਂ ਹੁੰਦਾ। ਇਸ ਕਰਕੇ ਆਪਾਂ ਨੂੰ ਇਸ ਚੀਜ਼ ਦਾ ਇੰਡਸਟਰੀਅਲਾਈਜੇਸ਼ਨ ਦੀ ਲੋੜ ਹੈਗੀ ਆ, ਬਟ ਆਪਾਂ ਨੂੰ ਇਹਨਾਂ ਚੀਜ਼ਾਂ ਨੂੰ ਸੇਵ ਕਰਨ ਦੀ ਬਹੁਤ ਲੋੜ ਆ। ਇਸ ਦਾ ਮਤਲਬ 30% ਦਾ ਕੀ ਬਣ ਜਾਂਦਾ ਆ ਕਿ ਦੁਨੀਆ ਦੇ ਵਿੱਚ 100 ਅਗਰ ਬੰਦਾ ਹੋਵੇ ਤਾਂ 100% ਦੇ ਵਿੱਚੋਂ 30 ਬੰਦੇ ਜੋ ਹੈ ਉਹਨਾਂ ਦੇ ਕੋਲ ਪ੍ਰੋਪਰ ਪਾਣੀ ਵੀ, ਸਾਫ਼ ਪਾਣੀ ਵੀ ਅਵੇਲੇਬਲ ਨਹੀਂ ਆ ਪੀਣ ਦੇ ਲਈ, ਤੇ ਬਹੁਤ ਵੱਡੀ ਅਮਾਊਂਟ ਬਣ ਜਾਂਦੀ ਆ ਅਗਰ ਆਪਾਂ ਦੇਖੀਏ। ਦੈਨ ਆਉਂਦੀ ਆ ਰੈਗੂਲਰ ਸਪਲਾਈ ਆਫ ਇਲੈਕਟ੍ਰਿਸਿਟੀ। ਅਗਰ ਆਪਾਂ ਐਕਸਟਰਾ ਯੂਜ਼ ਕਰਾਂਗੇ ਇਲੈਕਟ੍ਰਿਸਿਟੀ ਦਾ ਤਾਂ ਓਬਵੀਅਸ ਆ ਉਨੀ ਅਵੇਲੇਬਿਲਿਟੀ ਘਟੀ ਜਾਏਗੀ। ਜਿਵੇਂ ਏਅਰ ਕੰਡੀਸ਼ਨਰਸ ਹੋ ਗਏ, ਅੱਜ ਕੱਲ੍ਹ ਕਾਮਨ ਹੀ ਹੋ ਗਏ ਆ, ਕੂਲਰਸ ਹੋ ਗਏ, ਕਿਉਂਕਿ ਗਰਮੀ ਹੈਗੀ ਆ, ਹਰ ਬੰਦਾ ਕੰਫਰਟ ਚਾਹੁੰਦਾ ਆ। ਕੰਫਰਟ ਮਾੜਾ ਨਹੀਂ ਹੈ, ਬਟ ਜੋ ਚੀਜ਼ ਆਪਾਂ ਐਕਸਟਰਾ ਯੂਜ਼ ਕਰ ਰਹੇ ਹਾਂ, ਜਿੱਥੇ ਲੋੜ ਵੀ ਨਹੀਂ ਆ ਉੱਥੇ 2-2 ਘੰਟੇ ਚੀਜ਼ ਚੱਲਦੀ ਰਹੇ, ਉਹਨਾਂ ਚੀਜ਼ਾਂ ਕਰਕੇ ਉਹੀ 2 ਘੰਟੇ ਕਿਸੇ ਹੋਰ ਨੂੰ ਵੀ ਮਿਲ ਸਕਦੇ ਸੀ ਲਾਈਟ ਦੇ, ਅਗਰ ਆਪਾਂ ਉਸ ਨੂੰ ਬਚਾਉਂਦੇ ਇੱਦਾਂ। ਦੈਨ ਇਹਦਾ ਟਰਾਂਸਪੋਰਟੇਸ਼ਨ ਪਬਲਿਕ ਟਰਾਂਸਪੋਰਟ ਅਗਰ ਪ੍ਰੋਪਰ ਨਹੀਂ ਹੋਏਗਾ ਉਸ ਦੇ ਵਿੱਚ ਵੀ ਖਰਾਬੀ ਪਏਗੀ ਲੋਕਾਂ ਨੂੰ ਆਉਣ ਜਾਣ ਦੇ ਵਿੱਚ। ਪੂਅਰ ਕੁਆਲਿਟੀ ਦਾ ਇਨਫਰਾਸਟ੍ਰਕਚਰ ਹੋਏਗਾ ਤਾਂ ਉਸਦਾ ਏਅਰ ਤੇ ਨੋਇਸ ਤੇ ਵੀ ਪੋਲਿਊਸ਼ਨ ਕ੍ਰੀਏਟ ਹੋਏਗਾ, ਠੀਕ ਹੈ। ਕਾਰ ਸਕੂਟਰ ਭਾਵੇਂ 3 ਵੀਲਰ ਆਪਾਂ ਯੂਜ਼ ਕਰਦੇ ਹਾਂ, ਬਟ ਉਹਨਾਂ ਦੇ ਵਿੱਚ ਵੀ ਓਵਰ ਕਰਾਊਡਡ ਸਿਟੀਜ਼ ਦੇ ਵਿੱਚ ਜਦੋਂ ਲਗਾਤਾਰ ਉਹਨਾਂ ਚੱਲਦੇ ਰਹਿਣਾ ਤਾਂ ਪੋਲਿਊਸ਼ਨ ਕ੍ਰੀਏਟ ਹੋਏਗਾ। ਸੋ ਇੱਦਾਂ ਦੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ ਹੈਗੀਆਂ ਜਿਨ੍ਹਾਂ ਦੇ ਬਾਰੇ 'ਚ ਉਹਨਾਂ ਨੇ ਬਹੁਤ ਆਪਣਾ ਧਿਆਨ ਦਿਵਾਇਆ ਆ ਕਿ ਆਪਾਂ ਨੂੰ ਸੋਚਣ ਦੀ ਲੋੜ ਆ। ਮੈਡੀਕਲ ਫੈਸਿਲਿਟੀਜ਼ ਦੀ ਵੀ, ਹਸਪੀਟਲਸ ਦੀ ਲੋੜ ਹੈਗੀ ਆ, ਵਧੀਆ এনवायरमेंट ਦੀ ਲੋੜ ਹੈਗੀ ਆ, ਪ੍ਰੋਪਰ ਡਿਸਪੋਜ਼ੇਬਲ ਆਫ ਵੇਸਟ। ਜਿਹੜਾ ਆਪਾਂ ਵੇਸਟ ਕਿਸੇ ਵੀ ਤਰ੍ਹਾਂ ਦਾ ਘਰਾਂ ਦੇ ਵਿੱਚ ਜਿੱਦਾਂ ਡਸਟਬਿਨਸ ਦੇ ਵਿੱਚ ਆਪਾਂ ਜੋ ਵੀ ਆਪਾਂ ਐਡਅਪ ਕਰਦੇ ਹਾਂ, ਜੋ ਵੀ ਮਟੀਰੀਅਲ ਸੁੱਟਣਾ ਹੁੰਦਾ ਆ, ਉਹਦੇ ਵਿੱਚ ਵੀ ਅਗਰ ਆਪਾਂ ਗਿਣਤੀ ਕਰੀਏ ਤਾਂ ਹਰ ਇੱਕ ਇੰਡੀਅਨ ਪਰ ਡੇ ਦੇ ਹਿਸਾਬ ਨਾਲ 250 ਤੋਂ 300 ਗ੍ਰਾਮ ਵੇਸਟ ਪਰ ਡੇ ਦੇ ਹਿਸਾਬ ਨਾਲ 250-300 ਗ੍ਰਾਮ ਵੇਸਟ ਡੇਲੀ ਸੁੱਟਦਾ ਆ। ਤੇ ਮੁੰਬਈ ਦੇ ਵਿੱਚ ਤਾਂ ਇੰਨਾ ਜ਼ਿਆਦਾ ਹੈਗਾ ਆ ਕਿ ਉੱਥੇ 5000 ਟਨ ਵੇਸਟ ਜਿਹੜਾ ਹੈਗਾ ਆ ਇੱਕ ਦਿਨ ਦਾ ਹੀ ਨਿਕਲ ਜਾਂਦਾ ਆ ਪਰ ਹੈਡ ਦੇ ਅਕੋਰਡਿੰਗ, ਠੀਕ ਹੈ। ਸੋ 5000 ਟਨ ਵੇਸਟ ਨਿਕਲਿਆ ਆ ਉੱਥੋਂ, ਬਟ ਜਿਹੜਾ ਉਹਨਾਂ ਨੇ ਕਚਰਾ ਸੁੱਟਿਆ ਆ ਉਹ ਜਾਏਗਾ ਕਿੱਥੇ? ਐਂਡ ਡੇਲੀ ਉਹਨੂੰ ਡੰਪ ਕਰਨਾ, ਉਹਨੂੰ ਸਟੋਰ ਕਰਨਾ, ਜਾਂ ਫਿਰ ਉਹਨੂੰ ਕੁਦਰਤ ਤੇ ਨੁਕਸਾਨ ਨਾ ਪਹੁੰਚਾਵੇ ਇਸ ਚੀਜ਼ ਦਾ ਖਿਆਲ ਕਰਨਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਇਸ ਦਾ ਮਤਲਬ ਇਹੀ ਆ ਕਿ ਉਹੀ ਚੀਜ਼ ਯੂਜ਼ ਕਰੋ ਜਿਹੜੀ ਚੀਜ਼ ਤੁਹਾਨੂੰ ਚਾਹੀਦੀ ਹੈ, ਬਾਰ-ਬਾਰ ਯੂਜ਼ ਕਰੋ ਤਾਂ ਕਿ ਉਸ ਚੀਜ਼ ਦਾ ਕੁਦਰਤ ਦੇ ਉੱਤੇ ਜ਼ਿਆਦਾ ਨੁਕਸਾਨ ਨਾ ਹੋਵੇ। ਨੈਕਸਟ ਪੇਜ।
ਜਿੱਦਾਂ ਪੁਰਾਣੇ ਟਾਈਮ ਦੇ ਉੱਤੇ ਹੁੰਦਾ ਸੀ ਕਿ ਵੇਸਟ ਜਿਹੜੇ ਰਿਵਰਸ ਦੇ ਵਿੱਚ ਸੁੱਟ ਦਿੱਤੇ ਜਾਂਦੇ ਆ। ਤੇ ਅਗਰ ਕੱਲੀ ਆਪਾਂ ਗੰਗਾ ਨਦੀ ਦੀ ਹੀ ਗੱਲ ਕਰੀਏ ਤੇ ਹਰ ਰੋਜ਼ ਗੰਗਾ ਨਦੀ ਦੇ ਵਿੱਚ 900 ਮਿਲੀਅਨ ਲੀਟਰ ਸੀਵਰੇਜ ਦਾ ਵਾਟਰ ਜਾਂ ਇੰਡਸਟਰੀਜ਼ ਦਾ ਵੇਸਟ ਜਾਂਦਾ ਹੈ। ਹੁਣ ਤੁਸੀਂ ਦੇਖ ਲਓ ਕਿੰਨੀ ਵੱਡੀ ਅਮਾਊਂਟ ਹੈਗੀ ਹੈ ਜੋ ਵੇਸਟ ਸਿੱਧਾ ਹੀ ਗੰਗਾ ਨਦੀ ਦੇ ਵਿੱਚ ਜਾ ਰਿਹਾ ਆ। ਤੇ ਹੁਣ ਕਿੰਨੀਆਂ ਨਿੱਕੀਆਂ ਨਦੀਆਂ ਹੈਗੀਆਂ ਜਿਨ੍ਹਾਂ ਦੇ ਨਾਲ ਕਿੰਨਾ ਵੇਸਟ ਜਾ ਰਿਹਾ ਹੋਵੇਗਾ। ਸੋ ਬਹੁਤ ਜ਼ਿਆਦਾ ਵੱਡੀ ਅਮਾਊਂਟ ਬਣ ਜਾਂਦੀ ਹੈ ਇਹ ਜਿਹੜੀ ਨੁਕਸਾਨ ਪਹੁੰਚਾ ਰਹੀ ਆ ਕੁਦਰਤ ਨੂੰ। ਉਹਦਾ ਰੀਜ਼ਨ ਕੱਲੀਆਂ ਇੰਡਸਟਰੀਜ਼ ਨਹੀਂ ਹੈ, ਆਪਾਂ ਆਪਣੀ ਯੂਜ਼ ਹੈ। ਅਗਰ ਆਪਾਂ ਚੀਜ਼ ਨੂੰ ਬਾਰ-ਬਾਰ ਬਾਏ ਕਰਾਂਗੇ ਜਾਂ ਆਪਾਂ ਜ਼ਿਆਦਾ ਬਾਏ ਕਰਾਂਗੇ ਤਾਂ ਆਟੋਮੈਟਿਕਲੀ ਮਾਰਕੀਟ ਦੇ ਵਿੱਚ ਉਨੀ ਚੀਜ਼ ਆਏਗੀ। ਜਿੰਨੀ ਮਾਰਕੀਟ ਦੇ ਵਿੱਚ ਚੀਜ਼ ਆਏਗੀ ਆਟੋਮੈਟਿਕਲੀ ਉਹਨਾਂ ਇੰਡਸਟਰੀ ਉਹਨੂੰ ਬਣਾਏਗੀ ਹੀ। ਸੋ ਕੱਲੀ ਇੰਡਸਟਰੀਜ਼ ਜ਼ਿੰਮੇਵਾਰ ਨਹੀਂ ਆ, ਆਪਣੀ ਵਰਤੋਂ ਵੀ ਉਸ ਦੇ ਲਈ ਜ਼ਿੰਮੇਵਾਰ ਹੈ। ਦੈਨ ਆ ਜਾਂਦਾ ਵਹੀਕਲ ਐਮਿਸ਼ਨ। ਵਹੀਕਲ ਐਮਿਸ਼ਨ ਹੋ ਗਿਆ ਕਿ ਗੱਡੀਆਂ ਦੇ ਵਿੱਚੋਂ ਜਿੱਦਾਂ ਧੂੰਆਂ ਨਿਕਲਦਾ ਹੈ ਕਾਰਬਨ ਮੋਨੋਆਕਸਾਈਡ ਹੁੰਦੀ ਹੈ। ਅਗਰ ਕਾਰਬਨ ਮੋਨੋਆਕਸਾਈਡ ਆਪਣੇ ਦੁਆਰਾ ਸਾਹ ਰਾਹੀਂ ਅੰਦਰ ਲਿੱਤੀ ਜਾਵੇ ਤੇ ਇਹ ਆਪਾਂ ਨੂੰ ਸਾਹ ਦੀਆਂ ਪ੍ਰੋਬਲਮਸ ਬਣਾ ਦਿੰਦੀ ਆ, ਆਪਣੇ ਲੰਗਸ ਦੇ ਉੱਤੇ ਇਫੈਕਟ ਕਰਦੀ ਆ ਬਹੁਤ ਜ਼ਿਆਦਾ। ਹੋਰ ਇਹਦੇ ਵਿੱਚ ਕਿਹੜੇ ਕਿਹੜੇ ਹੁੰਦੇ ਆ, ਕਾਰਬਨ ਹੁੰਦੇ ਆ, ਸਲਫਰ ਹੁੰਦੇ ਆ ਜਾਂ ਨਾਈਟ੍ਰੋਜਨ ਹੁੰਦੇ ਆ ਮਿਕਸ ਹੋਏ ਹੋਏ ਐਮਿਸ਼ਨ ਦੇ ਵਿੱਚ। ਜਿਹੜੀ ਹਵਾ ਦੇ ਵਿੱਚ ਇਹ ਧੂੰਆਂ ਆ ਰਿਹਾ ਆ ਇਹ ਵੀ ਰਿਐਕਟ ਕਰਦੇ ਆ ਅਲਟਰਾ ਵਾਇਲਟ ਸਨ ਦੀ ਲਾਈਟ ਦੇ ਨਾਲ, ਠੀਕ ਹੈ। ਤਾਂ ਉਹ ਵੀ ਇੱਕ ਹਾਰਮਫੁਲ ਇਫੈਕਟ ਪਾਉਂਦੀ ਹੈ ਹਿਊਮਨ ਬੋਡੀ ਤੇ ਪੱਤਿਆਂ ਤੇ ਕਹਿ ਲਓ ਪੌਦਿਆਂ ਤੇ ਵੀ, ਠੀਕ ਹੈ। ਤੇ ਇਰੀਟੇਸ਼ਨ ਆਪਣੀ ਆਈਜ਼ ਦੇ ਵਿੱਚ ਕਈ ਵਾਰੀ ਇੱਦਾਂ ਹੁੰਦਾ ਕਿ ਆਪਾਂ ਬਾਹਰੋਂ ਜਾ ਕੇ ਆਏ ਤਾਂ ਆਪਾਂ ਨੂੰ ਲੱਗਦਾ ਅੱਖਾਂ ਦੇ ਵਿੱਚ ਜਲਨ ਜੀ ਹੋ ਰਹੀ ਹੈ ਜਾਂ ਫਿਰ ਆਪਣਾ ਗਲਾ ਸੁੱਕਿਆ ਲੱਗ ਰਿਹਾ ਜਾਂ ਆਪਾਂ ਨੂੰ ਖੰਘ ਜੀ ਬਣ ਰਹੀ ਹੈ ਜਾਂ ਆਪਾਂ ਨੂੰ ਸਾਹ ਦੀ ਪ੍ਰੋਬਲਮ ਬਣ ਰਹੀ ਹੈ। ਉਹ ਸਾਰੀਆਂ ਚੀਜ਼ਾਂ ਦਾ ਕਾਰਨ ਜਿਹੜਾ ਵਹੀਕਲਸ ਦੇ ਵਿੱਚੋਂ ਨਿਕਲ ਰਿਹਾ ਧੂੰਆਂ ਉਹ ਵੀ ਬਣਦਾ ਆ ਡਾਇਰੈਕਟਲੀ, ਠੀਕ ਹੈ। ਦੈਨ ਆ ਜਾਂਦੀ ਹੈ ਅਰਬਨਾਈਜੇਸ਼ਨ ਦੇ ਉੱਤੇ ਕਿ ਅਰਬਨਾਈਜੇਸ਼ਨ ਕਿਸ ਤਰ੍ਹਾਂ ਹੋ ਰਹੀ ਹੈ, ਉਸ ਦੇ ਵਿੱਚ ਕੀ ਕੀ ਚੀਜ਼ਾਂ ਯੂਜ਼ ਹੋ ਰਹੀਆਂ ਆ। ਬਹੁਤ ਸਾਰੇ ਪੀਪਲ ਪਰਮਾਨੈਂਟਲੀ ਸ਼ਿਫਟ ਹੋ ਜਾਂਦੇ ਆ ਸਿਟੀਜ਼ ਦੇ ਵਿੱਚ, ਉਸੇ ਚੀਜ਼ ਨੂੰ ਕਹਿ ਦਿੰਦੇ ਆ ਅਰਬਨਾਈਜੇਸ਼ਨ, ਠੀਕ ਹੈ। ਅਰਬਨਾਈਜੇਸ਼ਨ ਦੇ ਵਿੱਚ ਕੀ ਕੀ ਚੀਜ਼ਾਂ ਧਿਆਨ 'ਚ ਰੱਖਦੇ ਆ ਕਿ ਕਿਸੇ ਵੀ ਏਰੀਆ ਦੇ ਵਿੱਚ ਅਗਰ 5000 ਤੋਂ ਜ਼ਿਆਦਾ ਲੋਕੀ ਰਹਿ ਰਹੇ ਆ ਤੇ ਉਹ ਕੀ ਏਰੀਆ ਹੋਊਗਾ, ਅਰਬਨ ਏਰੀਆ ਬਣ ਜਾਂਦਾ ਆ। ਜਾਂ ਫਿਰ ਕੋਈ ਕਮੇਟੀ ਹੈਗੀ ਆ ਉਹਨਾਂ ਦੀ, ਮਿਊਨਿਸਪੈਲਿਟੀ ਹੈਗੀ ਆ, ਕਾਰਪੋਰੇਸ਼ਨ ਉਹਨਾਂ ਨੇ ਮਤਲਬ ਇੱਕ ਗਰੁੱਪ ਬਣਾਇਆ ਹੋਇਆ ਹੈਗਾ ਇਲਾਕੇ ਦੀ ਡਿਵੈਲਪਮੈਂਟ ਲਈ, ਉਹ ਵੀ ਕਾਹਦੇ 'ਚ ਆਏਗੀ, ਅਰਬਨਾਈਜੇਸ਼ਨ ਏਰੀਆ ਹੀ ਆਏਗਾ। ਅਗਰ ਕਿਤੇ ਵੀ 1000 ਬੰਦਾ ਪ੍ਰਤੀ ਸਕੁਅਰ ਕਿਲੋਮੀਟਰ, ਮਤਲਬ 1 ਕਿਲੋਮੀਟਰ ਲੈਫਟ ਟੂ ਰਾਈਟ, 1 ਕਿਲੋਮੀਟਰ ਅਪਸਾਈਡ ਡਾਊਨ, ਇੱਦਾਂ ਅਗਰ ਮੰਨ ਲਓ ਇੱਕ ਏਰੀਆ ਬਣਾਈਏ ਇਹ 1 ਕਿਲੋਮੀਟਰ ਬਾਏ 1 ਕਿਲੋਮੀਟਰ ਹੋਵੇ ਤਾਂ ਉਸਦੇ ਵਿੱਚ ਜਿਹੜਾ ਹੈਗਾ ਆ ਅਗਰ 1000 ਬੰਦਾ ਹੈਗਾ ਆ ਫਿਲ ਹੁੰਦਾ ਘੱਟੋ ਘੱਟ ਇਸ ਏਰੀਆ ਦੇ ਵਿੱਚ, ਦੈਨ ਉਹ ਵੀ ਇੱਕ ਅਰਬਨ ਏਰੀਆ ਗਿਣ ਹੋ ਜਾਂਦਾ ਆ। ਤੇ ਘੱਟੋ ਘੱਟ ਉਸ ਏਰੀਆ ਦੇ ਵਿੱਚ ਅਗਰ 70%, ਅਗਰ 100 ਪਰਸਨ ਆ, 100 ਮੇਲ ਆ ਜਾਂ ਫੀਮੇਲ ਆ ਤਾਂ ਉਹਦੇ ਵਿੱਚੋਂ 70% ਇਨ ਜੌਬ ਆ, ਜੌਬ ਕਰਦੇ ਆ। ਪਰ ਉਹ ਜੌਬ ਕਿਹੜੀ ਹੋਣੀ ਚਾਹੀਦੀ ਆ, ਖੇਤੀ ਤੋਂ ਇਲਾਵਾ। ਅਗਰ ਜੌਬ ਕਰਦੇ ਆ ਕੋਈ ਵੀ ਖੇਤੀ ਤੋਂ ਇਲਾਵਾ ਤੇ ਉਸ ਨੂੰ ਵੀ ਆਪਾਂ ਇੱਕ ਅਰਬਨ ਏਰੀਆ ਗਿਣ ਲੈਂਦੇ ਆ, ਠੀਕ ਹੈ। ਇਸ ਤੋਂ ਬਾਅਦ ਆ ਜਾਂਦਾ ਇਸ ਦੇ ਵਿੱਚ ਲੈਂਡ ਯੂਜ਼ ਕਿੰਨਾ ਹੁੰਦਾ ਆ। ਅਰਬਨ ਏਰੀਆ ਦੇ ਵਿੱਚ ਨਵੇਂ ਸਿਟੀਜ਼ ਟਾਊਨਸ ਗਰੋ ਕੀਤੀਆਂ ਜਾਂਦੀਆਂ ਆ ਤਾਂ ਕਿ ਅਲੱਗ-ਅਲੱਗ ਕੰਮਾਂ ਨੂੰ ਕੀਤਾ ਜਾ ਸਕੇ। ਅਲੱਗ-ਅਲੱਗ ਪੈਟਰਨਸ ਦਿੱਤੇ ਹੋਏ ਆ ਇੰਡੀਆ ਦੇ ਵਿੱਚ, ਜਿੱਥੇ ਵੈਸਟਰਨ ਕੰਟਰੀਜ਼ ਦਾ ਆਪਾਂ ਇਫੈਕਟ ਗਿਣਦੇ ਆ, ਠੀਕ ਹੈ। ਆਪਣੀ ਕੰਟਰੀ ਹਾਲੇ ਡਿਵੈਲਪਿੰਗ ਏਰੀਆ ਦੇ ਵਿੱਚ ਹੈਗੀ ਆ, ਡਿਵੈਲਪ ਏਰੀਆ ਨਹੀਂ ਹੈ, ਇਸ ਕਰਕੇ ਇੱਥੇ ਬਹੁਤ ਸਾਰਾ ਡਿਵੈਲਪਿੰਗ ਪ੍ਰੋਸੈਸ ਚੱਲ ਰਿਹਾ ਆ। ਹੋਰ ਇਸ ਤੋਂ ਇਲਾਵਾ ਕੀ ਹੁੰਦਾ ਆ, ਅਰਬਨ ਏਰੀਆਜ਼ ਦੇ ਵਿੱਚ ਹਾਊਸਿੰਗ ਦੀ ਲੋੜ ਹੁੰਦੀ ਆ ਬਹੁਤ ਜ਼ਿਆਦਾ ਵੱਡੀ ਮਾਤਰਾ ਦੇ ਵਿੱਚ। ਜਿੱਦਾਂ ਹੁਣ ਦਿੱਲੀ ਹੈ, ਕੱਲੀ ਦਿੱਲੀ ਦੇ ਵਿੱਚ ਹੀ 80000 ਨਵੇਂ ਘਰਾਂ ਦੀ ਲੋੜ ਪੈ ਜਾਂਦੀ ਆ ਹਰ ਸਾਲ, ਜਿਸ ਦਾ ਮਤਲਬ ਕੀ ਆ ਕਿ ਅਗਰ 80000 ਘਰ ਆ ਤਾਂ ਉੱਥੇ ਪਾਪੂਲੇਸ਼ਨ ਵੀ ਤਾਂ ਉਨੀ ਇਨਕਰੀਜ਼ ਹੋ ਰਹੀ ਹੈ, ਤਾਈਓ ਉਹਨਾਂ ਨੂੰ ਇੰਨੇ ਘਰਾਂ ਦੀ ਲੋੜ ਪੈਂਦੀ ਪਈ ਹੈ, ਠੀਕ ਹੈ। ਸੋ ਹਾਊਸਿੰਗ ਦੀ ਲੋੜ ਇੱਕ ਵੱਡਾ ਇਸ਼ੂ ਬਣ ਜਾਂਦਾ ਹੈ ਜਿਹੜਾ ਵੀ ਏਰੀਆ ਅਰਬਨ ਏਰੀਆ ਬਣ ਜਾਵੇ। ਦੈਨ ਮਾਈਗ੍ਰੇਸ਼ਨ ਹੈਗੀ ਆ, ਮਾਈਗ੍ਰੇਸ਼ਨ ਹੁੰਦੀ ਹੈ ਸ਼ਿਫਟਿੰਗ, ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਆਮ ਤੌਰ ਤੇ ਪੀਪਲ ਜਿਹੜੇ ਹੈਗੇ ਆ ਅਰਬਨ ਏਰੀਏ ਦੇ ਵਿੱਚ ਰਹਿਣ ਵਾਲੇ ਨਹੀਂ ਹੁੰਦੇ, ਉੱਥੇ ਸ਼ਿਫਟ ਹੋ ਕੇ ਆਏ ਹੁੰਦੇ ਆ। ਸੋ ਨਾਨ ਅਰਬਨ ਜਿਹੜੇ ਹੈਗੇ ਆ ਉਹ ਐਜ਼ ਏ EMPLOYE ਜਾਂ ਆਪਣਾ ਬਿਜ਼ਨਸ ਖੋਲ੍ਹਣ ਲਈ ਜਾਂ ਐਜੂਕੇਸ਼ਨ ਲੈਣ ਦੇ ਲਈ ਸ਼ਹਿਰਾਂ ਦੇ ਵਿੱਚ ਸ਼ਿਫਟ ਹੋਏ ਹੁੰਦੇ ਆ, ਠੀਕ ਹੈ। ਇੱਕ ਸਿਟੀ ਤੋਂ ਦੂਸਰੀ ਸਿਟੀ ਵਿੱਚ ਸ਼ਿਫਟ ਹੋਏ ਹੁੰਦੇ ਆ। ਸੋ ਉਹ ਵੀ ਮਾਈਗ੍ਰੇਸ਼ਨ ਜਿਹੜੀ ਹੈਗੀ ਆ ਇਹ ਮੇਜਰ ਇਸ਼ੂ ਬਣ ਜਾਂਦੀ ਆ। ਤੇ ਲਾਸਟ ਵਨ ਫਲੋਟਿੰਗ ਪਾਪੂਲੇਸ਼ਨ, ਇੱਥੇ ਤੁਹਾਡਾ ਆਨਸਰ ਵੀ ਸੀਗਾ ਕਿ ਜਿਹੜੀ ਇਹ ਉਹ ਪਰਸਨ ਹੋ ਜਾਂਦੇ ਆ ਮਾਈਗ੍ਰੇਸ਼ਨ ਤੋਂ ਉਹ ਹੋ ਗਈ ਜਿਹੜੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਸ਼ਿਫਟ ਹੋ ਗਏ। ਬਟ ਫਲੋਟਿੰਗ ਵਿੱਚ ਕਿਹੜੇ ਆ ਜਾਣੇ ਆ, ਫਲੋਟਿੰਗ ਵਿੱਚ ਆ ਜਾਣੇ ਆ ਜਿਹੜੇ ਜੌਬ ਕਰਨ ਲਈ ਸ਼ਹਿਰ ਦੇ ਵਿੱਚ ਜਾਂਦੇ ਆ ਤੇ ਵਾਪਸ ਆਪਣੇ ਘਰ ਆ ਜਾਂਦੇ ਆ। ਮਤਲਬ ਉਹ ਵਾਲੀ ਕਮਿਊਨਿਟੀ ਜਿਹੜੀ ਡੇਲੀ ਟਰੈਵਲ ਕਰਦੀ ਹੋਵੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ, ਤਾਂ ਕਿ ਉਹ ਆਪਣਾ ਲਾਈਵਲੀਹੁੱਡ ਆਪਦਾ ਜੋ ਲਿਵਿੰਗ ਹੈਗੀ ਆ ਉਹਨੂੰ ਪ੍ਰੋਪਰਲੀ ਚਲਾ ਸਕੇ, ਠੀਕ ਹੈ। ਤੇ ਆਮ ਤੌਰ ਤੇ ਇਹ ਉਹ ਪਰਸਨ ਹੀ ਹੁੰਦੇ ਆ ਜਿਹੜੇ ਮਿਡਲ ਕਲਾਸ ਅਖਵਾਉਂਦੇ ਆ, ਜਿਹੜੇ ਨਾਰਮਲੀ ਮਿਡਲ ਕਲਾਸ 'ਚ ਆਉਂਦੇ ਆ। ਚੈਪਟਰ ਤੁਹਾਨੂੰ ਸ਼ਾਰਟ ਦੇ ਵਿੱਚ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ ਗਈ ਆ, ਫਿਰ ਵੀ 25 ਮਿੰਟ ਬਣ ਗਏ ਨੇ, ਠੀਕ ਹੈ। ਚੈਪਟਰ ਦੀ ਰੀਡਿੰਗ ਤੁਸੀਂ ਕਰ ਲਈ ਹੋ। ਅਗਰ ਤੁਸੀਂ ਇਹ ਵੀਡੀਓ ਪੂਰੀ ਸੁਣ ਲਈ ਆ
ਮੈਨੂੰ ਓਕੇ ਲਿਖ ਕੇ WhatsApp ਤੇ ਭੇਜਣਾ ਨਾ ਭੁੱਲਿਓ, ਠੀਕ ਹੈ। ਚਾਹੇ ਤੁਸੀਂ ਸਵੇਰ ਨੂੰ ਦੇਖਦੇ ਆ, ਦੁਪਹਿਰ ਨੂੰ ਦੇਖਦੇ ਆ, ਸ਼ਾਮ ਨੂੰ ਦੇਖਦੇ ਆ, ਜਿਸ ਦਾ ਓਕੇ ਆਏਗਾ ਮੈਨੂੰ ਥੋੜਾ ਆਈਡੀਆ ਲੱਗੀ ਜਾਏਗਾ ਕਿ ਕਿਹੜਾ ਬੱਚਾ ਪ੍ਰੋਪਰਲੀ ਵੀਡੀਓਜ਼ ਨੂੰ ਪਲੇ ਕਰਕੇ, ਕੰਪਲੀਟ ਵੀਡੀਓਜ਼ ਨੂੰ ਪਲੇ ਕਰਕੇ ਦੇਖਦਾ ਪਿਆ ਆ, ਠੀਕ ਹੈ। ਓਕੇ ਕਲਾਸ, ਕੋਈ ਡਾਊਟ ਹੋਇਆ ਪੁੱਛ ਸਕਦੇ ਆ, ਇਸ ਤੋਂ ਬਾਅਦ ਤੁਹਾਨੂੰ ਅਗਲਾ ਕੰਮ ਭੇਜ ਦਿੱਤਾ ਜਾਏਗਾ। ਥੈਂਕ ਯੂ।